ਓਕੇ, ਤੇ ਕੱਲ ਆਪਾਂ ਸਪੀਡ ਬਾਰੇ ਪੜ੍ਹਿਆ ਸੀਗਾ। ਓਕੇ, ਯਾਨੀ ਕਿ ਕਿਹੜੀ ਸਪੀਡ ਕਿਹੜੇ ਰੋਡ ਦੇ ਉੱਤੇ ਆਪਾਂ ਬਣਾ ਕੇ ਚੱਲਣੀ ਹੁੰਦੀ ਹੈ। ਉਹ ਤੋਂ ਬਾਅਦ ਆਪਾਂ ਪੜ੍ਹਿਆ ਸੀਗਾ ਕੰਟਰਾਸੈਨੀ, ਇਹਨਾਂ ਸਾਈਨ ਬੋਰਡਾਂ ਬਾਰੇ ਜਿਹੜੇ ਲੱਗੇ ਹੁੰਦੇ ਨੇ ਵਹੀਕਲਾਂ ਤੇ, ਜਿਨ੍ਹਾਂ ਦਾ ਭਾਰ ਹੁੰਦਾ ਹੈ 3.5 ਟਨ ਤੋਂ ਉੱਤੇ, ਜਿਵੇਂ ਬੱਸ ਜਾਂ ਟਰੱਕ। ਇਹ ਦਿਖਾਉਂਦੇ ਨੇ ਉਸ ਵਹੀਕਲ ਦੀ ਮੈਕਸਿਮਮ ਸਪੀਡ ਦੇ ਬਾਰੇ, ਓਕੇ, ਜਿਹਦੇ ਉੱਤੇ ਲੱਗੇ ਹੁੰਦੇ ਨੇ। ਉਹ ਤੋਂ ਬਾਅਦ ਆਪਾਂ ਪੜ੍ਹਿਆ ਸੀਗਾ ਸਪਾਤੀਓ ਦੀ ਫਰੇਨਾਤੂਰਾ, ਯਾਨੀ ਕਿ ਬ੍ਰੇਕ ਲੱਗਣ ਦਾ ਡਿਸਟੈਂਸ। ਜਿੱਥੋਂ ਆਪਾਂ ਬ੍ਰੇਕ ਮਾਰਨੀ ਸ਼ੁਰੂ ਕਰਦੇ ਹਾਂ ਤੇ ਜਿੱਥੇ ਜਾ ਕੇ ਸਾਡੀ ਗੱਡੀ ਰੁਕਦੀ ਆ, ਉਸ ਡਿਸਟੈਂਸ ਨੂੰ ਆਪਾਂ ਕਹਿੰਦੇ ਆ ਸਪਾਤੀਓ ਦੀ ਫਰੇਨਾਤੂਰਾ, ਬ੍ਰੇਕ ਮਾਰਨ ਦਾ ਡਿਸਟੈਂਸ। ਓਕੇ, ਉਹ ਤੋਂ ਬਾਅਦ ਆਪਾਂ ਪੜ੍ਹਿਆ ਸੀਗਾ ਸਪਾਤੀਓ ਯਾਨੀ ਕਿ ਸਪੇਸ, percorso in un secondo, ਸਪੇਸ ਆਪਾਂ ਜਿੰਨਾ ਟਰੈਵਲ ਕਰਦੇ ਹਾਂ, ਕਵਰ ਕਰਦੇ ਹਾਂ 1 ਸੈਕਿੰਡ ਦੇ ਵਿੱਚ। ਓਕੇ, ਉਹਦੇ ਬਾਰੇ ਆਪਾਂ ਪੜ੍ਹਿਆ ਸੀਗਾ ਜਿਵੇਂ ਆਪਾਂ 50 ਕਿਲੋਮੀਟਰ ਦੀ ਸਪੀਡ ਨਾਲ ਜਾਂਦੇ ਹਾਂ। ਓਕੇ, ਫਿਰ ਤੋਂ ਦੁਬਾਰਾ ਇੱਕ ਵਾਰੀ ਰਿਵਾਈਜ਼ ਕਰ ਲੈਂਦੇ ਹਾਂ। ਸੋ ਸਭ ਤੋਂ ਪਹਿਲਾਂ ਜੇ ਸਵਾਲ ਸਾਨੂੰ ਕਹਿੰਦਾ ਜੇਕਰ ਆਪਾਂ 50 ਕਿਲੋਮੀਟਰ ਦੀ ਸਪੀਡ ਦੇ ਨਾਲ ਜਾਂਦੇ ਹਾਂ, 50 ਕਿਲੋਮੀਟਰ ਪਰ ਆਵਰ, ਹੈ ਨਾ, ਤੇ ਉਹਦੇ ਵਿੱਚ ਆਪਾਂ ਕਵਰ ਕਰਾਂਗੇ 14 ਮੀਟਰ ਪਰ ਸੈਕਿੰਡ। ਓਕੇ, ਮੀਟਰ ਦੀ ਗੱਲ ਹੋਈ ਹੈ ਤੇ 50 ਕਿਲੋਮੀਟਰ ਨੂੰ ਸਭ ਤੋਂ ਪਹਿਲਾਂ ਆਪਾਂ ਕਰ ਲਾਂਗੇ ਮੀਟਰਸ ਦੇ ਵਿੱਚ, ਜਿਹੜੇ ਕਿ ਬਣਦੇ ਨੇ 50,000 ਮੀਟਰ, 50 ਕਿਲੋਮੀਟਰ। ਉਹ ਤੋਂ ਬਾਅਦ ਸੈਕਿੰਡ ਦੀ ਗੱਲ ਹੋਈ ਹੈ ਤੇ ਇਹਨੂੰ ਜਿਹੜੇ ਮੀਟਰ ਨੇ ਇਹਨਾਂ ਨੂੰ ਡਿਵਾਈਡ ਕਰ ਲਾਂਗੇ ਸੈਕਿੰਡਸ ਦੇ ਨਾਲ ਹੀ। ਘੰਟੇ ਦੇ ਵਿੱਚ ਹੁੰਦੇ ਨੇ 3600 ਸੈਕਿੰਡ। ਓਕੇ, ਸੋ ਡਿਵਾਈਡ ਕਰਕੇ ਜਿਹੜਾ ਆਪਣਾ ਆਨਸਰ ਆਏਗਾ, ਜੇਕਰ ਉਹ ਮੈਚ ਕਰੇ, ਓਕੇ, ਜਿੰਨੇ ਵੀ ਮੀਟਰ ਆਪਾਂ ਕਰੋਗੇ ਇਤਨੇ 1 ਸੈਕਿੰਡ ਦੇ ਵਿੱਚ, ਜੇਕਰ ਇਹਨਾਂ ਦੋਵਾਂ 'ਚ ਮੈਚ ਹੋ ਜੇ ਸੋ ਸਵਾਲ ਹੋ ਜਾਏਗਾ ਵੈਰੋ, ਜੇਕਰ ਨਾ ਹੋਵੇ ਤੇ ਸਵਾਲ ਹੈ ਆਪਣਾ ਫਾਲਸ। ਓਕੇ, ਇੱਥੇ ਤੱਕ ਕਿਸੇ ਨੂੰ ਕੋਈ ਡਾਊਟ ਹੋਵੇ ਤੇ ਪੁੱਛ ਸਕਦਾ ਆ। ਠੀਕ ਹੈ ਸਰ ਜੀ। ਓਕੇ, ਉਹ ਤੋਂ ਬਾਅਦ ਸ਼ੁਰੂ ਕਰਦੇ ਹਾਂ ਸਪਾਸ਼ੀਓ ਜਾਂ ਡਿਸਟੈਂਸ ਦੀ ਫਰੇਨਾਤੂਰਾ, ਯਾਨੀ ਕਿ ਬ੍ਰੇਕ ਲੱਗਣ ਦਾ। ਓਕੇ, ਜਿਹੜੀ ਜਿਹੜੀ ਚੀਜ਼ ਤੇ ਬ੍ਰੇਕ ਲੱਗਣ ਦਾ ਜਿਹੜਾ ਡਿਸਟੈਂਸ ਆ, ਹਨਾ, ਉਹ ਰਿਲਾਈ ਕਰਦਾ ਆ, ਯਾਨੀ ਕਿ ਬ੍ਰੇਕ ਲੱਗਣ ਦਾ ਡਿਸਟੈਂਸ ਜਿਹੜੀ ਜਿਹੜੀ ਚੀਜ਼ ਤੇ ਅਪਲਾਈ ਹੁੰਦਾ ਆ, ਉਹਦੇ ਬਾਰੇ ਪੜਾਂਗੇ। ਲੋ ਸਪਾਸ਼ੀਓ ਦੀ ਫਰੇਨਾਤੂਰਾ, ਯਾਨੀ ਕਿ ਬ੍ਰੇਕ ਮਾਰਨ ਦਾ ਜਿਹੜਾ ਸਪੇਸ ਹੁੰਦਾ ਆ, ਆਯੂਮੈਂਤਾ, ਆਯੂਮੈਂਤਾ ਹੁੰਦਾ ਆ ਵਧਣਾ, ਇਨਕਰੀਜ਼ ਹੋਣਾ, ਹਨਾ। ਬ੍ਰੇਕ ਮਾਰਨ ਦਾ ਸਪੇਸ ਜਿਹੜਾ ਆਪਣਾ ਵੱਧ ਜਾਏਗਾ। ਓਕੇ, ਇੱਥੇ ਦੋ ਵਰਡ ਨੇ ਜਿਹੜੇ ਇੰਪੋਰਟੈਂਟ ਨੇ, ਜਿਹੜੇ ਤੁਸੀਂ ਯਾਦ ਕਰਨੇ। ਆਯੂਮੈਂਤਾ ਯਾਨੀ ਕਿ ਵਧਣਾ, ਡਿਮੀਨੂਏਜ ਯਾਨੀ ਕਿ ਘਟਾਣਾ, ਘਟਣਾ, ਹਨਾ, ਵਧਣਾ ਤੇ ਘਟਣਾ ਦੋ ਵਰਡ ਨੇ। ਆਯੂਮੈਂਤਾ ਵਧਣਾ, ਡਿਮੀਨੂਏਸ਼ਨ ਘਟਣਾ। ਸੋ ਪੜ੍ਹਦੇ ਹਾਂ ਪਹਿਲਾ ਸਵਾਲ। ਸਪਾਸ਼ੀਓ ਦੀ ਫਰੇਨਾਤੂਰਾ, ਬ੍ਰੇਕ ਲੱਗਣ ਦਾ ਜਿਹੜਾ ਡਿਸਟੈਂਸ ਹੁੰਦਾ ਹੈ ਆਯੂਮੈਂਤਾ ਵੱਧ ਜਾਏਗਾ, ਸੇ ਅੰਦਰੇਂਸਾ, ਅੰਦਰੇਂਸਾ ਯਾਨੀ ਕਿ ਪਕੜ। ਓਕੇ, ਅੰਦਰੇਂਸਾ ਯਾਨੀ ਕਿ ਪਕੜ। ਤਰਾ ਪਨੇਉਮਾਤੀਕੋ, ਪਨੇਉਮਾਤੀਕੋ ਯਾਨੀ ਕਿ ਟਾਇਰ। ਓਕੇ, ਇਹ ਅਸਫਾਲਟੋ ਇਹ ਬਾਸਾ, ਅਸਫਾਲਟੋ ਇਹ ਬਾਸਾ ਯਾਨੀ ਕਿ ਸੜਕ ਦਾ ਜਿਹੜਾ ਫਰਸ਼ ਹੁੰਦਾ ਹੈ ਨਾ। ਸੋ ਜੇਕਰ ਆਪਣਾ ਸਪੇਸ ਜਿਹੜਾ ਬ੍ਰੇਕ ਮਾਰਨ ਦਾ ਉਹ ਵੱਧ ਜਾਏਗਾ। ਓਕੇ, ਜੇਕਰ ਪਕੜ ਟਾਇਰਾਂ ਦੀ ਤੇ ਸੜਕ ਦੀ ਘੱਟ ਆ, ਇਹ ਬਾਸਾ ਯਾਨੀ ਕਿ ਘੱਟ ਆ। ਓਕੇ, ਮੰਨ ਲਓ ਆਪਾਂ ਇੱਕ ਸੜਕ ਤੇ ਜਾ ਰਹੇ ਹਾਂ ਤੇ ਉੱਥੇ ਆਪਾਂ ਹਾਈ ਸਪੀਡ ਦੇ ਨਾਲ ਜਾਂਦੇ ਹਾਂ, ਹਨਾ। ਸੋ ਆਪਣੇ ਜਿਹੜੇ ਟਾਇਰ ਨੇ ਤੇ ਜਿਹੜੀ ਸੜਕ ਹੈ ਉਹਦੀ ਜਿਹੜੀ ਮਜ਼ਬੂਤੀ ਹੋ ਜਾਏਗੀ, ਪਕੜ ਹੋ ਜਾਏਗੀ ਆਪਸ ਦੇ ਵਿੱਚ ਟਾਇਰਾਂ ਤੇ ਸਤਰਾਦੇ ਦੀ ਸੜਕ ਦੀ, ਉਹ ਘਟ ਜਾਏਗੀ। ਸੋ ਆਪਣਾ ਜਿਹੜਾ ਬ੍ਰੇਕ ਮਾਰਨ ਦਾ ਡਿਸਟੈਂਸ ਆ ਉੱਥੇ ਉਹ ਵੱਧ ਜਾਏਗਾ, ਆਪਣੀ ਗੱਡੀ ਦੂਰ ਤੇ ਜਾ ਕੇ ਰੁਕੇਗੀ। ਓਕੇ, ਇਹਨੂੰ ਕਹਿੰਦੇ ਆ ਆਯੂਮੈਂਟਾ ਯਾਨੀ ਕਿ ਵਧਣਾ, ਸਪਾਸ਼ੀਓ ਦੀ ਫਰੇਨਾਤੂਰਾ ਯਾਨੀ ਕਿ ਬ੍ਰੇਕ ਲੱਗਣ ਦਾ ਸਪੇਸ। ਓਕੇ, ਸੋ ਸਵਾਲ ਆ ਵੇਰੋ। Lo spazio di frenatura, ਬ੍ਰੇਕ ਲੱਗਣ ਦਾ ਸਪੇਸ, ਆਯੂਮੈਂਟਾ ਵੱਧ ਜਾਏਗਾ, ਸੇ ਲਾ ਸਟਰਾਦਾ ਇਨੇਵਾਤਾ, ਇਨੇਵਾਤਾ ਯਾਨੀ ਕਿ ਜਿੱਥੇ ਬਰਫ਼ ਪਈ ਆ। ਓਕੇ, ਜਿਹੜੀ ਵੀ ਸੜਕ ਦੇ ਉੱਤੇ ਬਰਫ਼ ਪਈ ਆ, ਓਕੇ, ਜਾਂ ਪੈ ਰਹੀ ਆ, ਉੱਥੇ ਆਪਣਾ ਬ੍ਰੇਕ ਲੱਗਣ ਦਾ ਡਿਸਟੈਂਸ ਜਿਹੜਾ ਹੈ ਉਹ ਵੱਧ ਜਾਏਗਾ। ਸਵਾਲ ਹੈ ਵੇਰੋ, ਕਿਉਂਕਿ ਉੱਥੇ ਆਪਣੀ ਗੱਡੀ ਤਿਲਕੇਗੀ ਤੇ ਤਿਲਕਦੇ ਤਿਲਕਦੇ ਬ੍ਰੇਕ ਮਾਰਨ ਦੇ ਦੌਰਾਨ ਅੱਗੇ ਵੀ ਜਾ ਸਕਦੀ ਹੈ। ਸਵਾਲ ਹੈ ਵੇਰੋ, ਤੀਜਾ ਸਵਾਲ। ਲੋ ਸਪਾਸ਼ੀਓ ਦੀ ਫਰੇਨਾਤੂਰਾ, ਬ੍ਰੇਕ ਮਾਰਨ ਦਾ ਸਪੇਸ, ਬ੍ਰੇਕ ਮਾਰਨ ਦਾ ਡਿਸਟੈਂਸ, ਬ੍ਰੇਕ ਲੱਗਣ ਦਾ ਡਿਸਟੈਂਸ, ਆਯੂਮੈਂਟਾ ਵੱਧ ਜਾਏਗਾ, ਸੇ ਲਾ ਸਟਰਾਦਾ ਜੇਕਰ ਸੜਕ ਇਹ ਬੰਨਿਆ ਤਾਂ ਗਿੱਲੀ ਆ ਜਾਂ ਫਿਰ ਭਿੱਜੀ ਆ, ਹਨਾ। ਜੇਕਰ ਸੜਕ ਦੇ ਉੱਤੇ ਪਾਣੀ ਆ, ਹਨਾ, ਜਾਂ ਫਿਰ ਬਰਫ਼ ਜਾਂ ਸੜਕ ਬਣ ਗਈ ਆ ਬੰਨਿਆ ਤਾਂ, ਯਾਨੀ ਕਿ ਗਿੱਲੀ ਸੜਕ। ਓਕੇ, ਸੋ ਗਿੱਲੀ ਸੜਕ ਦੇ ਉੱਤੇ ਆਪਣੀ ਗੱਡੀ ਸਕਿੱਟ ਕਰਦੇ ਹੋਏ ਥੋੜੀ ਅੱਗੇ ਵੀ ਜਾ ਸਕਦੀ ਹੈ ਤੇ ਆਪਣਾ ਬ੍ਰੇਕ ਲੱਗਣ ਦਾ ਜਿਹੜਾ ਡਿਸਟੈਂਸ ਆ ਉਹ ਵੱਧ ਜਾਏਗਾ। ਬ੍ਰੇਕ ਮਾਰਨ ਦਾ ਡਿਸਟੈਂਸ ਮੈਂ ਫਿਰ ਤੋਂ ਦੱਸ ਦਿੰਦਾ, ਜਿੱਥੋਂ ਆਪਾਂ ਬ੍ਰੇਕ ਮਾਰਨੀ ਸ਼ੁਰੂ ਕੀਤੀ ਆ। ਓਕੇ, ਮੰਨ ਲਓ ਪੁਆਇੰਟ ਏ ਤੋਂ ਆਪਾਂ ਬ੍ਰੇਕ ਦੇ ਉੱਤੇ ਪੈਰ ਰੱਖਿਆ ਆ ਤੇ ਬ੍ਰੇਕ ਲੱਗਣੀ ਸ਼ੁਰੂ ਹੋ ਗਈ ਆ, ਇੱਥੋਂ ਲੈ ਕੇ ਕਿੰਨਾ ਡਿਸਟੈਂਸ ਆਪਣੀ ਗੱਡੀ ਕਵਰ ਕਰਦੀ ਆ ਰੁਕਣ ਤੱਕ। ਓਕੇ, ਜਦੋਂ ਤੱਕ ਆਪਣੀ ਗੱਡੀ ਪੂਰੀ ਤਰ੍ਹਾਂ ਰੁਕ ਨਹੀਂ ਜਾਂਦੀ, ਇਹਨੂੰ ਆਪਾਂ ਕਹਿੰਦੇ ਆ ਡਿਸਟਾਂਸਾ ਦੀ ਫਰੇਨਾਤੂਰਾ, ਯਾਨੀ ਕਿ ਬ੍ਰੇਕ ਲੱਗਣ ਦਾ ਡਿਸਟੈਂਸ। ਓਕੇ, ਜਿੱਥੇ ਆਪਣੀ ਬ੍ਰੇਕ ਲੱਗਦੀ ਹੈ ਇਹ ਵੱਧ ਜਾਂਦੀ ਹੈ ਜਦੋਂ ਵੀ ਆਪਣਾ ਜਿਹੜੀ ਸੜਕ ਆ ਉਹ ਬੰਨਿਆਤਾ ਹੋਵੇ, ਗਿੱਲੀ ਹੋਵੇ ਜਾਂ ਫਿਰ ਬਰਫ਼ ਪਈ ਹੋਵੇ, ਕਿਉਂਕਿ ਆਪਣੀ ਗੱਡੀ ਇਸ ਕੇਸ ਦੇ ਵਿੱਚ ਜੇਕਰ ਬਰਫ਼ ਪਈ ਹੈ ਤੇ ਸਕਿੱਟ ਕਰਦੀ ਹੋਈ ਇਹ ਤੋਂ ਅੱਗੇ ਲੰਘ ਜਾਏਗੀ ਜਿੱਥੇ ਉਹਨੇ ਰੁਕਣਾ ਸੀਗਾ। ਓਕੇ, ਜਿੰਨੀ ਸਪੀਡ ਤੇ ਆਪਾਂ ਸੀਗੇ, ਜਿੱਥੇ ਉਹਨੇ ਰੁਕਣਾ ਸੀਗਾ ਉਹ ਤੋਂ ਅੱਗੇ ਵੀ ਸਕਿੱਟ ਕਰਦੇ ਹੋਏ ਲੰਘ ਜਾਏਗੀ ਤੇ ਆਪਣਾ ਵੱਧ ਜਾਏਗਾ ਸਪੇਸ ਬ੍ਰੇਕ ਲੱਗਣ ਦਾ। ਓਕੇ, ਯਾਦ ਰੱਖਿਓ। ਉਹ ਤੋਂ ਬਾਅਦ ਚੌਥਾ ਸਵਾਲ। ਲੋ ਸਪਾਸ਼ੀਓ ਦੀ ਫਰੇਨਾਤੂਰਾ, ਬ੍ਰੇਕ ਲੱਗਣ ਦਾ ਸਪੇਸ, ਆਯੂਮੈਂਟਾ ਵੱਧ ਜਾਏਗਾ, ਸੇ ਲਾ ਸਟਰਾਦਾ ਏ ਇਨ ਦਿਸ਼ੇਜ਼ਾ, ਦਿਸ਼ੇਜ਼ਾ ਯਾਨੀ ਕਿ ਉਤਰਾਈ। ਓਕੇ, ਇਦਾਂ ਉਤਰਾਈ ਆ ਸੜਕ ਦੇ ਉੱਤੇ ਥੋੜੀ ਜਿਹੀ ਘੱਟ ਮੰਨ ਲਓ। ਓਕੇ,
ਜਿਹੜੀ ਆਪਣੀ ਨੋਰਮਲ ਜਿਹੜੀ ਸੜਕ ਆ ਉੱਥੇ ਮੰਨ ਲਓ ਆਪਾਂ ਇੰਨਾ ਡਿਸਟੈਂਸ ਕਵਰ ਕਰਨਾ ਸੀਗਾ 50 ਕਿਲੋਮੀਟਰ ਦੀ, ਜੇਕਰ ਆਪਾਂ ਸਪੀਡ ਦੇ ਨਾਲ ਜਾ ਰਹੇ ਹਾਂ ਇੰਨੇ ਡਿਸਟੈਂਸ ਦੇ ਵਿੱਚ ਆਪਾਂ ਰੁਕ ਜਾਣਾ ਸੀਗਾ। ਲੇਕਿਨ ਜੇਕਰ ਆਪਾਂ ਦਿਸ਼ੇਜ਼ਾ ਵਿੱਚ ਜਾ ਰਹੇ ਹਾਂ, ਉਤਰਾਈ ਦੇ ਵਿੱਚ ਜਾ ਰਹੇ ਹਾਂ, ਤੇ ਆਪਣੀ ਗੱਡੀ ਸਕਿੱਟ ਕਰੇਗੀ ਤੇ ਸਕਿੱਟ ਕਰਕੇ ਥੋੜੀ ਅੱਗੇ ਹੋਰ ਲੰਘ ਸਕਦੀ ਹੈ, ਜਿੱਥੇ ਆਪਾਂ ਰੁਕਣਾ ਸੀਗਾ ਜਿੰਨੇ ਪੁਆਇੰਟ ਦੇ ਉੱਤੇ ਉਹ ਤੋਂ ਅੱਗੇ ਜਾ ਕੇ ਰੁਕੇਗੀ। ਓਕੇ, ਸੋ ਵੱਧ ਜਾਏਗਾ ਆਪਣਾ distanza ਦੀ ਜਾਂ ਫਿਰ spazio di frenatura ਬ੍ਰੇਕ ਲੱਗਣ ਦਾ ਸਪੇਸ। ਓਕੇ, ਹੁਣ ਇੱਥੇ ਤੱਕ ਆਪਾਂ ਪੜਿਆ ਆਯੂਮੈਂਟਾ, ਤੇ ਅੱਗੇ ਪੜ੍ਹਦੇ ਹਾਂ diminuisce। ਲੋ ਸਪਾਜ਼ੀਓ ਦੀ ਫਰੇਨਾਤੂਰਾ ਬ੍ਰੇਕ ਲੱਗਣ ਦਾ ਸਪੇਸ diminuisce ਘਟ ਜਾਏਗਾ। ਓਕੇ, ਆਯੂਮੈਂਟਾ ਹੁੰਦਾ ਆ ਵੱਧ ਜਾਏਗਾ, diminuisce ਘਟ ਜਾਏਗਾ। ਸੋ ਬ੍ਰੇਕ ਮਾਰਨ ਦਾ ਜਿਹੜਾ ਡਿਸਟੈਂਸ ਆ ਉਹ ਘਟ ਜਾਏਗਾ। ਸੇ ਲਾ ਸਟਰਾਦਾ ਇਨ ਸਲੀਤਾ, ਸਲੀਤਾ ਯਾਨੀ ਕਿ ਚੜਾਈ। ਓਕੇ, ਦਿਸ਼ੇਜ਼ਾ ਹੁੰਦੀ ਆ ਉਤਰਾਈ ਤੇ ਸਲੀਤਾ ਚੜਾਈ। ਹੁਣ ਜੇਕਰ ਆਪਾਂ ਚੜਾਈ ਦੇ ਉੱਤੇ ਬ੍ਰੇਕ ਮਾਰਾਂਗੇ ਤੇ ਆਪਣੀ ਗੱਡੀ ਥੋੜੀ ਜਿਹੀ ਪਹਿਲਾਂ ਹੀ ਰੁਕ ਜਾਏਗੀ ਆਮ ਤੌਰ ਤੇ, ਹੈ ਨਾ, ਕਿਉਂਕਿ ਗੱਡੀ ਦੇ ਵਿੱਚ ਪਹਿਲਾਂ ਵੀ ਫੋਰਸ ਲੱਗੇਗਾ। ਓਕੇ, ਕਿਉਂਕਿ ਆਪਾਂ ਚੜਾਈ ਚੜ ਰਹੇ ਹਾਂ। ਸੋ ਜੇਕਰ ਚੜਾਈ ਚੜਾਂਗੇ ਤੇ ਥੋੜੇ ਹੀ ਟਾਈਮ ਦੇ ਵਿੱਚ ਆਪਣੀ ਗੱਡੀ ਰੁਕ ਜਾਏਗੀ, ਜ਼ਿਆਦਾ ਸਪੇਸ ਨਹੀਂ ਲਏਗੀ ਰੁਕਣ ਦੇ ਲਈ ਜੇਕਰ ਆਪਾਂ ਬ੍ਰੇਕ ਮਾਰਦੇ ਹਾਂ। ਸੋ ਘਟ ਜਾਏਗਾ ਆਪਣਾ ਸਪਾਜ਼ੀਓ ਦੀ ਫਰੇਨਾਤੂਰਾ ਬ੍ਰੇਕ ਲੱਗਣ ਦਾ ਸਪੇਸ। ਓਕੇ, ਸਵਾਲ ਆ ਵੇਰੋ। ਇੱਥੇ ਕਿਸੇ ਨੂੰ ਕੋਈ ਡਾਊਟ ਹੋਵੇ ਤੇ ਪੁੱਛ ਸਕਦਾ ਆ। ਓਕੇ, ਉਹ ਤੋਂ ਬਾਅਦ ਪੜ੍ਹਦੇ ਹਾਂ ਫਾਲਸੋ ਸਵਾਲ। ਲੋ ਸਪਾਜ਼ੀਓ ਦੀ ਫਰੇਨਾਤੂਰਾ ਬ੍ਰੇਕ ਲੱਗਣਾ ਜਿਹੜਾ ਸਪੇਸ ਜਾਂ ਡਿਸਟੈਂਸ ਜਾਂ diminuisce ਘਟ ਜਾਏਗਾ se il conducente ਜੇਕਰ ਡਰਾਈਵਰ ਆ ਈ ਰਿਫਲੇਸੀ ਪ੍ਰੋਂਤੀ, ਰਿਫਲੇਸੀ ਯਾਨੀ ਕਿ ਰਿਫਲੈਕਸ਼ਨ, ਪ੍ਰੋਂਤੀ ਯਾਨੀ ਕਿ ਤਿਆਰ ਨੇ। ਜੇਕਰ ਡਰਾਈਵਰ ਬਿਲਕੁਲ ਤਿਆਰ ਬੈਠਾ ਹੈ ਬ੍ਰੇਕ ਮਾਰਨ ਦੇ ਲਈ, ਉਹਦੇ ਰਿਫਲੈਕਸਿਸ ਬਹੁਤ ਵਧੀਆ ਨੇ, ਹਨਾ। ਜਿਵੇਂ ਆਪਾਂ ਕੱਲ ਪੜ੍ਹਿਆ ਸੀਗਾ ਕਿ ਦੋ ਤਰ੍ਹਾਂ ਦਾ ਡਿਸਟੈਂਸ ਆਪਣੇ ਕੋਲ ਹੁੰਦਾ ਆ। ਇੱਕ ਤੇ ਉਹ ਡਿਸਟੈਂਸ ਜਿਹੜਾ ਬ੍ਰੇਕ ਲੱਗਣ ਦਾ ਹੁੰਦਾ ਹੈ, ਤੇ ਉਹ ਤੋਂ ਬਾਅਦ ਸਪਾਜ਼ੀਓ ਦੀ ਰਿਐਕਸ਼ਨ ਯਾਨੀ ਕਿ ਰਿਐਕਸ਼ਨ ਟਾਈਮ। ਓਕੇ, ਸੋਚਣ ਦਾ ਟਾਈਮ ਵੀ ਹੁਣ ਮੈਂ ਬ੍ਰੇਕ ਮਾਰਨਾ ਹੈ ਅਚਾਨਕ। ਸੋ ਜੇਕਰ ਡਰਾਈਵਰ ਤਿਆਰ ਆ ਬ੍ਰੇਕ ਮਾਰਨ ਦੇ ਲਈ, ਉਹ ਬਿਲਕੁਲ ਤਿਆਰ ਬੈਠਾ ਆ, ਹਨਾ, ਤੇ ਉਸ ਕੇਸ ਦੇ ਵਿੱਚ ਆਪਣਾ ਬ੍ਰੇਕ ਮਾਰਨ ਦਾ ਜਿਹੜਾ ਡਿਸਟੈਂਸ ਆ ਉਹ ਘਟ ਜਾਏਗਾ। ਓਕੇ, ਸਵਾਲ ਆ ਫਾਲਸੋ, ਕਿਉਂਕਿ ਭਾਵੇਂ ਉਹ ਬ੍ਰੇਕ ਮਾਰਨਾ ਕਦੇ ਵੀ ਸ਼ੁਰੂ ਕਰੇ, ਉਹਦਾ ਡਿਸਟੈਂਸ ਬ੍ਰੇਕ ਮਾਰਨ ਦਾ ਸੇਮ ਹੀ ਰਹੇਗਾ। ਉਹਦੇ ਸੋਚਣ ਦੇ ਨਾਲ ਜੇਕਰ ਉਹ ਤਿਆਰ ਆ, ਬਿਲਕੁਲ ਐਕਟਿਵ ਬੈਠਾ ਆ, ਤੇ ਉਹਦੇ ਨਾਲ ਕੋਈ ਵੀ ਫਰਕ ਨਹੀਂ ਪਏਗਾ ਆਪਣੇ ਡਿਸਟੈਂਸ ਦੀ ਫਰੇਨਾਤੂਰੇ ਦੇ ਉੱਤੇ, ਬ੍ਰੇਕ ਮਾਰਨ ਦੇ ਸਪੇਸ ਦੇ ਉੱਤੇ। ਸੋ ਸਵਾਲ ਆ ਫਾਲਸੋ। ਦੂਜਾ ਸਵਾਲ, ਲੋ ਸਪਾਜ਼ੀਓ ਦੀ ਫਰੇਨਾਤੂਰਾ ਸਪੇਸ ਬ੍ਰੇਕ ਲੱਗਣਾ diminuisce ਘਟ ਜਾਏਗਾ ਸੇ ਲੈ ਰੋਤੇ ਯਾਨੀ ਕਿ ਜੇਕਰ ਟਾਇਰ ਸੀ ਬਲੋਕਾਂ ਨੂੰ ਯਾਨੀ ਕਿ ਬਲੋਕ ਹੋ ਗਏ ਨੇ, ਹਨਾ। ਕਈ ਵਾਰ ਆਪਾਂ ਦੇਖਿਆ ਜਦੋਂ ਵੀ ਟਾਇਰ ਬਲੋਕ ਹੋ ਜਾਂਦੇ ਨੇ ਤੇ ਆਪਣੀ ਜਿਹੜੀ ਡਿਸਟੈਂਸ ਆ, ਉਹ ਜਿਹੜੀ ਗੱਡੀ ਆਪਣੀ ਥੋੜੀ ਸਕਿੱਟ ਕਰਦੇ ਹੋਏ ਅੱਗੇ ਵੀ ਲੰਘ ਜਾਂਦੀ ਆ, ਹਨਾ, ਸੜਕ ਦੇ ਉੱਤੇ ਜ਼ਿਆਦਾ ਦੂਰੀ ਤੈਅ ਕਰ ਲੈਂਦੀ ਆ। ਸੋ ਸਵਾਲ ਸਾਨੂੰ ਕਹਿੰਦਾ ਕਿ ਘਟ ਜਾਏਗਾ ਆਪਣਾ ਡਿਸਟੈਂਸ ਜਦੋਂ ਵੀ ਟਾਇਰ ਬਲੋਕ ਹੋ ਗਏ। ਓਕੇ, ਸੋ ਸਵਾਲ ਆ ਫਾਲਸੋ ਕਿ ਟਾਇਰ ਬਲੋਕ ਨਹੀਂ ਹੋਣੇ ਚਾਹੀਦੇ। ABS ਦਾ ਯੂਜ਼ ਉੱਥੇ ਹੁੰਦਾ ਆ ਗੱਡੀ ਦੇ ਵਿੱਚ। ABS ਜਿਹੜਾ ਹੈਲਪ ਕਰਦਾ ਹੈ ਕਿ ਗੱਡੀ ਦੇ ਟਾਇਰ ਜਿਹੜੇ ਨੇ ਉਹ ਬਲੋਕ ਨਾ ਹੋਣ ਤੇ ਆਰਾਮ ਨਾਲ ਬ੍ਰੇਕ ਲੱਗੇ। ਲੇਕਿਨ ਜੇਕਰ ਟਾਇਰ ਬਲੋਕ ਹੋ ਜਾਣ, ਸੋ ਜਿਹੜੀ ਗੱਡੀ ਆ ਉਹ ਸਕਿੱਟ ਕਰਦੇ ਹੋਏ ਅੱਗੇ ਵੀ ਲੰਘ ਸਕਦੀ ਹੈ ਤੇ ਵੱਧ ਸਕਦਾ ਉਹਦੀ ਡਿਸਟੈਂਸ ਆ ਦੀ ਫਰੇਨਾਤੂਰਾ ਬ੍ਰੇਕ ਲੱਗਣ ਦਾ ਸਪੇਸ। ਤੀਜਾ ਸਵਾਲ, ਲੋ ਸਪਾਜ਼ੀਓ ਦੀ ਫਰੇਨਾਤੂਰਾ ਜਿਹੜਾ ਵੀ ਬ੍ਰੇਕ ਲੱਗਣ ਦਾ ਸਪੇਸ ਜਾਂ diminuisce ਘਟ ਜਾਏਗਾ sul tratto in discesa। ਓਕੇ, ਦਿਸ਼ੇਜ਼ਾ ਬਾਰੇ ਆਪਾਂ ਉੱਤੇ ਪੜਿਆ ਸੀਗਾ ਕਿ ਦਿਸ਼ੇਜ਼ ਦੇ ਵਿੱਚ ਜਿਹੜਾ ਆਪਣਾ ਬ੍ਰੇਕ ਲੱਗਣ ਦੀ ਸਪੇਸ ਆ ਉਹ ਵੱਧ ਜਾਏਗੀ, ਲੇਕਿਨ ਇਹ ਸਵਾਲ ਸਾਨੂੰ ਕਹਿੰਦਾ ਕਿ ਘਟ ਜਾਏਗੀ ਸਪੇਸ। ਓਕੇ, ਸੋ ਸਵਾਲ ਆ ਫਾਲਸੋ। ਉਹ ਤੋਂ ਬਾਅਦ ਲੋ ਸਪਾਜ਼ੀਓ ਦੀ ਫਰੇਨਾਤੂਰਾ ਬ੍ਰੇਕ ਲੱਗਣ ਦਾ ਸਪੇਸ ਆਯੂਮੈਂਟਾ ਵੱਧ ਜਾਏਗਾ ਸੇ ਲਾ ਸਟਰਾਦਾ ਏ ਇਨ ਸਾਲੀਤਾ। ਓਕੇ, ਜੇਕਰ ਆਪਾਂ ਸਲੀਤੇ ਦੇ ਵਿੱਚ ਜਾ ਰਹੇ ਹਾਂ, ਚੜਾਈ ਚੜ ਰਹੇ ਹਾਂ ਆਪਣੀ ਗੱਡੀ ਦੇ ਨਾਲ, ਸੋ ਜਿਹੜਾ ਬ੍ਰੇਕ ਮਾਰਨ ਦਾ ਆਪਣਾ ਸਪੇਸ ਆ ਉਹ ਆਯੂਮੈਂਟਾ ਯਾਨੀ ਕਿ ਵੱਧ ਜਾਏਗਾ। ਆਪਣੀ ਗੱਡੀ ਨੋਰਮਲ ਤੌਰ ਤੇ ਇੰਨੇ ਡਿਸਟੈਂਸ ਤੇ ਰੁਕਦੀ ਸੀਗੀ, ਤੇ ਵੱਧ ਕੇ ਇੰਨਾ ਹੋ ਜਾਏਗਾ ਜੇਕਰ ਆਪਾਂ ਸਲੀਤੇ ਦੇ ਵਿੱਚ ਜਾ ਰਹੇ ਹਾਂ। ਓਕੇ, ਸਵਾਲ ਆ ਫਾਲਸੋ ਕਿ ਜੇਕਰ ਆਪਾਂ ਸਲੀਤੇ ਦੇ ਵਿੱਚ ਜਾ ਰਹੇ ਹਾਂ ਤੇ ਆਪਣੀ ਗੱਡੀ ਬਹੁਤ ਹੀ ਥੋੜੇ ਡਿਸਟੈਂਸ ਦੇ ਉੱਤੇ ਆਪਣੀ ਬ੍ਰੇਕ ਲੈ ਲੇਗੀ ਤੇ ਰੁਕ ਜਾਵੇਗੀ। ਹਾਂ, ਸੋ ਵਧੇਗਾ ਨਹੀਂ, ਘਟੇਗਾ ਸਲੀਤੇ ਦੇ ਵਿੱਚ। ਸੋ ਸਵਾਲ ਆ ਫਾਲਸੋ। Lo spazio di frenatura ਬ੍ਰੇਕ ਲੱਗਣ ਦਾ ਸਪੇਸ diminuisce ਘਟ ਜਾਏਗਾ se la strada è in discesa। ਓਕੇ, ਘਟੇਗਾ ਨਹੀਂ, ਇੱਥੇ ਵਧੇਗਾ ਜੇਕਰ ਆਪਾਂ ਚੜਾਈ ਤੇ ਉਤਰ ਰਹੇ ਹਾਂ। ਦਿਸ਼ੇਜ਼ਾ ਯਾਨੀ ਕਿ ਉਤਰਨਾ, ਇਦਾਂ ਕਰਕੇ ਉਤਰਾਈ। ਸੋ ਜੇਕਰ ਆਪਾਂ ਉਤਰ ਰਹੇ ਹਾਂ ਤਾਂ ਆਪਣਾ ਬ੍ਰੇਕ ਲੱਗਣ ਦਾ ਡਿਸਟੈਂਸ ਆ ਉਹ ਵੱਧ ਜਾਏਗਾ। ਆਪਣੀ ਗੱਡੀ ਧੱਕੇ ਦੇ ਨਾਲ, ਫੋਰਸ ਦੇ ਨਾਲ ਹੋਰ ਵੀ ਜ਼ਿਆਦਾ ਅੱਗੇ ਚੱਲ ਜਾਏਗੀ। ਸੋ ਆਪਣਾ ਸਪੇਸ ਵੱਧ ਜਾਏਗਾ, ਲੇਕਿਨ ਸਵਾਲ ਸਾਨੂੰ ਕਹਿੰਦਾ ਕਿ ਘਟ ਜਾਏਗਾ। ਓਕੇ, ਇਸ ਕਰਕੇ ਸਵਾਲ ਆ ਫਾਲਸੋ। ਓਕੇ, ਇੱਥੇ ਕਿਸੇ ਨੂੰ ਕੋਈ ਡਾਊਟ ਹੋਵੇ ਤੇ ਪੁੱਛ ਸਕਦੇ ਹੋ। ਓਕੇ ਭਾਜੀ। ਓਕੇ, ਸਮਝ ਆ ਗਿਆ ਇਹ ਸਰ ਘਟਨਾ। ਜੀ ਜਿੱਦਾਂ ਸਰ ਜੀ ਜਿੱਦਾਂ ਵੈਰੋ ਦੇ ਵਿੱਚ ਪੰਜਵਾਂ ਸਵਾਲ ਆ, ਇਹ ਹਾਂਜੀ, ਦੁਬਾਰਾ ਤੇ ਸਮਝਾਉਂਗੇ ਜੀ। ਹਾਂਜੀ ਬਿਲਕੁਲ। ਓਕੇ, ਇਹ ਸਵਾਲ ਜਿਹੜੇ ਹੁਣ ਤੱਕ ਆਪਾਂ ਚਾਰ ਸਵਾਲ ਨੇ ਉਹਦੇ ਵਿੱਚ ਸਾਰਿਆਂ ਚ ਆਇਆ ਆਯੂਮੈਂਟ ਯਾਨੀ ਕਿ ਵਧਣਾ, ਹਾਂਜੀ। ਲੇਕਿਨ ਇੱਥੇ ਆ ਡਿਮੀਨੂਏਸ਼ਨ ਯਾਨੀ ਕਿ ਘਟਣਾ। ਆਪਣਾ ਬ੍ਰੇਕ ਘਟਨਾ ਜੀ। ਲੱਗਦਾ ਡਿਸਟੈਂਸ ਹੁੰਦਾ ਆ, ਸਪੇਸ ਹੁੰਦਾ, ਜਗ੍ਹਾ ਹੁੰਦੀ ਆ ਆਪਣੀ ਜਿੱਥੇ ਬ੍ਰੇਕ ਲੱਗਦੀ ਆ ਉਹ ਘਟ ਜਾਏਗੀ ਜਗ੍ਹਾ ਜਦੋਂ ਵੀ ਆਪਾਂ ਚੜਾਈ ਚੜ ਰਹੇ ਹਾਂ। ਹਾਂਜੀ। ਓਕੇ, ਜਦੋਂ ਵੀ ਆਪਾਂ ਚੜਾਈ ਚੜਦੇ ਹਾਂ ਉੱਥੇ ਆਪਣੀ ਜਿਹੜੀ ਬ੍ਰੇਕ ਮਾਰਦੇ ਆ ਆਪਾਂ, ਉੱਥੇ ਸਪੇਸ ਆਪਣੀ ਵੱਧਦੀ ਆ ਕਿ ਘਟਦੀ ਆ?
ਘਟ ਜਾਂਦੀ ਘਟਦੀ ਹੈ ਹੈ ਜੀ। ਜੀ। ਘਟ ਜਾਂਦੀ ਆ, ਹਨਾ। ਸਵਾਲ ਵੀ ਸੋ ਕਹਿ ਰਿਹਾ ਹੈ ਡਿਮੀਨੂਏਸ਼ਨ ਯਾਨੀ ਕਿ ਘਟ ਜਾਂਦੀ ਆ, ਇਸ ਕਰਕੇ ਸਵਾਲ ਆ ਵੀਰੋ। ਠੀਕ ਹੈ ਜੀ, ਲੱਗੀ ਸਮਝ ਜੀ। ਉਹ ਤੋਂ ਪੜ੍ਹਦੇ ਹਾਂ ਸਪਾਜ਼ੀਓ ਤੋਤਾਲੇ ਦੀ ਅਰੈਸਟੋ ਤੋਤਾਲੇ, ਯਾਨੀ ਕਿ ਆਪਣਾ ਡਿਸਟੈਂਸ ਜਿਹੜਾ ਆਪਾਂ ਬ੍ਰੇਕ ਮਾਰ ਕੇ ਕਵਰ ਕਰਨਾ ਆ, ਤੇ ਉਹ ਡਿਸਟੈਂਸ ਵੀ ਜਿਹੜਾ ਕਿ ਆਪਾਂ ਸੋਚ ਕੇ ਕਵਰ ਕਰਨਾ ਆ, ਹਨਾ। ਸਪਾਜ਼ੀਓ ਦੀ ਰਿਐਕਸੀਓਨੇ, ਰਿਐਕਸ਼ਨ ਟਾਈਮ ਵੀ ਆਪਣਾ ਉਹਦੇ ਨਾਲ ਹੀ ਜੁੜ ਜਾਏਗਾ। ਸੋ ਇਹਨਾਂ ਨੂੰ ਮਿਲਾ ਕੇ ਆਪਾਂ ਕਹਿੰਦੇ ਆ ਸਪਾਜ਼ੀਓ ਤੋਤਾਲੇ, ਟੋਟਲ ਜਿਹੜਾ ਸਪੇਸ ਹੁੰਦਾ ਆ ਦੀ ਅਰੈਸਟੋ, ਰੁਕਣ ਦਾ ਟੋਟਲ ਡਿਸਟੈਂਸ। ਸੋ ਪੜ੍ਹਦੇ ਹਾਂ ਸਵਾਲ। ਲੋ ਸਪਾਜ਼ੀਓ ਤੋਤਾਲੇ ਦੀ ਅਰੈਸਟੋ, ਰੁਕਣ ਦਾ ਸਾਰਾ ਸਪੇਸ, ਇਹ ਪਾਰੀ ਹੁੰਦਾ ਆ ਬਰਾਬਰ, ਓਕੇ, ਉਗਾਲੇ ਯਾਨੀ ਕਿ ਬਰਾਬਰ। ਸੋ ਆਪਣਾ ਜਿਹੜਾ ਟੋਟਲ ਡਿਸਟੈਂਸ ਆ ਰੁਕਣ ਦਾ, ਉਹ ਬਰਾਬਰ ਹੁੰਦਾ ਆ allo spazio percorso nel tempo di reazione, ਟੈਂਪੋ ਦੀ ਰਿਐਕਸੀਓਨੇ, ਯਾਨੀ ਕਿ ਜਿਹੜਾ ਆਪਾਂ ਸੋਚਣ ਦਾ ਟਾਈਮ ਹੁੰਦਾ ਆ ਉਹ ਵੀ ਮਿਲਾ ਕੇ, ਪਿਊ quello percorso durante la frenata, ਤੇ ਉਹ ਵੀ ਸਪੇਸ ਮਿਲਾ ਕੇ ਜਿੱਥੇ ਆਪਾਂ ਬ੍ਰੇਕ ਮਾਰਦੇ ਆ। ਓਕੇ, ਫਿਰ ਤੋਂ ਦੱਸ ਦਿੰਦਾ ਆ, ਦੋ ਚੀਜ਼ਾਂ ਨੂੰ ਮਿਲਾ ਕੇ ਬਣਦਾ ਆ ਸਪਾਜ਼ੀਓ ਤੋਤਾਲੇ ਦੀ ਅਰੈਸਟੋ ਤੋਤਾਲੇ, ਯਾਨੀ ਕਿ ਟੋਟਲ ਦੀ ਅਰੈਸਟੋ, ਯਾਨੀ ਕਿ ਰੁਕਣ ਦਾ ਟੋਟਲ ਡਿਸਟੈਂਸ। ਓਕੇ, ਇਹਦੇ ਵਿੱਚ ਇਹ ਵੀ ਡਿਸਟੈਂਸ ਆਉਂਦਾ ਜਿੱਥੇ ਆਪਾਂ ਸੋਚਦੇ ਹਾਂ, ਰਿਐਕਟ ਕਰਦੇ ਹਾਂ, ਤੇ ਇਹ ਵੀ ਡਿਸਟੈਂਸ ਆਉਂਦਾ ਹੈ ਜਿੱਥੇ ਗੱਡੀ ਆਪਣੀ ਬ੍ਰੇਕ ਲੈਂਦੀ ਆ। ਸੋ ਦੋਵੇਂ ਡਿਸਟੈਂਸਾਂ ਨੂੰ ਮਿਲਾ ਕੇ ਆਪਣਾ ਬਣਦਾ ਆ ਸਪਾਜ਼ੀਓ ਤੋਤਾਲੇ ਦੀ ਅਰੈਸਟੋ, ਰੁਕਣ ਦਾ ਪੂਰਾ ਸਪੇਸ ਡਿਸਟੈਂਸ। ਓਕੇ, ਸਮਝ ਆ ਗਿਆ ਸਾਰਿਆਂ ਨੂੰ? ਹਾਂਜੀ ਸਰ। ਓਕੇ, ਸੋ ਇਹ ਧਿਆਨ ਨਾਲ ਦੇਖਿਓ, ਇਹ ਆਪਣਾ ਰਿਐਕਸ਼ਨ ਟਾਈਮ ਵਾਲਾ ਸਪੇਸ, ਜਦੋਂ ਆਪਾਂ ਸੋਚਦੇ ਹਾਂ ਕਿ ਆਪਾਂ ਬ੍ਰੇਕ ਮਾਰਨੀ ਆ ਜਾਂ ਫਿਰ ਸਾਡਾ ਪੈਰ ਜਾਂਦਾ ਹੈ ਬ੍ਰੇਕ ਦੇ ਉੱਤੇ। ਉਹ ਤੋਂ ਬਾਅਦ ਆਉਂਦਾ ਆ ਫਰੇਨਾਤੂਰਾ ਵਾਲਾ। ਦੋ ਵੱਖਰੀ ਚੀਜ਼ਾਂ ਨੇ, ਲੇਕਿਨ ਇਹਨੂੰ ਮਿਲਾ ਕੇ ਬਣਦਾ ਆ ਸਪਾਜ਼ੀਓ ਤੋਤਾਲੇ ਅਰੈਸਟੋ, ਯਾਨੀ ਕਿ ਟੋਟਲ ਰੁਕਣ ਵਾਲਾ ਸਪੇਸ। ਅੱਗੇ ਸਵਾਲ ਆਉਣਗੇ ਕਿ ਜਿਹੜਾ ਟੋਟਲ ਰੁਕਣ ਵਾਲਾ ਸਪੇਸ ਆ ਉਹ ਬਰਾਬਰ ਹੁੰਦਾ ਆ ਸਿਰਫ ਫਰੇਨਾਤਾ ਵਾਲੇ, ਜਿੱਥੇ ਸਿਰਫ ਬ੍ਰੇਕ ਲੱਗਦੀ, ਸਿਰਫ ਉਹੀ ਡਿਸਟੈਂਸ ਨੂੰ ਮੰਨਿਆ ਜਾਏਗਾ ਤੋਤਾਲੇ। ਇਹ ਵਾਲੇ ਸਵਾਲ ਫਾਲਸ ਹੋਣਗੇ ਨਾ, ਦੋਵੇਂ ਮਿਲਾ ਕੇ ਬਣਦੇ ਨੇ ਤੋਤਾਲੇ, ਯਾਨੀ ਕਿ ਟੋਟਲ ਡਿਸਟੈਂਸ ਆਪਣੀ ਗੱਡੀ ਦੇ ਰੁਕਣ ਦਾ। ਸੋ ਪੜ੍ਹਦੇ ਹਾਂ ਦੂਜਾ ਸਵਾਲ। ਲੋ ਸਪਾਜ਼ੀਓ ਤੋਤਾਲੇ ਦੀ ਅਰੈਸਟੋ, ਰੁਕਣ ਵਾਲਾ ਸਾਰਾ ਡਿਸਟੈਂਸ, ਡਿਪੈਂਡੇ ਯਾਨੀ ਕਿ ਡਿਪੈਂਡ ਕਰਦਾ ਆ ਦਾਲਾ ਵੈਲੋਚਿਟਾ, ਯਾਨੀ ਕਿ ਸਪੀਡ ਦੇ ਉੱਤੇ। ਆਪਣਾ ਰੁਕਣ ਦਾ ਜਿਹੜਾ ਟੋਟਲ ਡਿਸਟੈਂਸ ਹੈ ਉਹ ਸਪੀਡ ਦੇ ਉੱਤੇ ਵੀ ਡਿਪੈਂਡ ਕਰਦਾ ਆ। ਸੋ ਸਵਾਲ ਹੈ ਵੇਰੋ, ਜੇਕਰ ਆਪਾਂ ਜ਼ਿਆਦਾ ਸਪੀਡ ਦੇ ਨਾਲ ਚੱਲਾਂਗੇ ਤੇ ਆਪਣਾ ਡਿਸਟੈਂਸ ਜਿਹੜਾ ਆ ਵੱਧ ਜਾਏਗਾ, ਜੇਕਰ ਘੱਟ ਸਪੀਡ ਦੇ ਨਾਲ ਚੱਲਾਂਗੇ ਤੇ ਆਪਣਾ ਡਿਸਟੈਂਸ ਜਿਹੜਾ ਆ ਉਹ ਘਟ ਜਾਏਗਾ। ਡਿਪੈਂਡ ਕਰਦਾ ਆ ਪੂਰਾ ਵੈਲੋਚਿਟਾ, ਯਾਨੀ ਕਿ ਸਪੀਡ ਦੇ ਉੱਤੇ। ਓਕੇ, ਟੋਟਲ ਡਿਸਟੈਂਸ ਆਪਣੇ ਰੁਕਣ ਦਾ। ਉਹ ਤੋਂ ਬਾਅਦ ਤੀਜਾ ਸਵਾਲ, ਲੋ ਸਪਾਜ਼ੀਓ ਤੋਤਾਲੇ ਦੀ ਅਰੈਸਟੋ, ਟੋਟਲ ਡਿਸਟੈਂਸ ਆਪਣਾ ਰੁਕਣ ਦਾ ਡਿਪੈਂਡ ਕਰਦਾ ਆ ਦਲ ਉਸੂਰਾ ਯਾਨੀ ਕਿ ਯੂਜ਼ ਦੇਈ ਪਨੇਉਮਾਤੀਸੀ, ਪਨੇਉਮਾਤੀਸੀ ਯਾਨੀ ਕਿ ਟਾਇਰ। ਓਕੇ, ਹੁਣ ਜਿੰਨੇ ਵੀ ਟਾਇਰ ਯੂਜ਼ਡ ਹੋਏ ਨੇ, ਜੇਕਰ ਟਾਇਰ ਘਸੇ ਨੇ ਤੇ ਆਪਣਾ ਜਿਹੜਾ ਡਿਸਟੈਂਸ ਜਾਂ ਬ੍ਰੇਕ ਮਾਰਨ ਦਾ ਉਹ ਵੱਧ ਜਾਏਗਾ, ਟਾਇਰ ਜ਼ਿਆਦਾ ਸਕਿੱਟ ਹੋਣਗੇ ਸੜਕ ਦੇ ਉੱਤੇ। ਲੇਕਿਨ ਜੇਕਰ ਆਪਣੇ ਟਾਇਰ ਬਿਲਕੁਲ ਵਧੀਆ ਨੇ, ਵਧੀਆ ਕੰਡੀਸ਼ਨ ਦੇ ਵਿੱਚ ਨੇ, ਤੇ ਆਪਣਾ ਜਿਹੜਾ ਸਪੇਸ ਆ ਰੁਕਣ ਦਾ ਉਹ ਫਿਰ ਉੱਥੇ ਘਟ ਜਾਏਗਾ। ਡਿਪੈਂਡ ਕਰਦਾ ਆ ਟਾਇਰਾਂ ਦੀ ਕੰਡੀਸ਼ਨ ਤੇ ਵੀ, ਜਿੰਨੇ ਆਪਾਂ ਟਾਇਰ ਯੂਜ਼ ਕੀਤੇ ਨੇ ਉਹਨਾਂ ਤੇ ਵੀ, ਕਿੰਨੇ ਯੂਜ਼ਡ ਟਾਇਰ ਨੇ, ਹਨਾ। ਸੋ ਸਵਾਲ ਆ ਵੇਰੋ, ਲੋ ਸਪਾਜ਼ੀਓ ਤੋਤਾਲੇ ਦੀ ਅਰੈਸਟੋ, ਰੁਕਣ ਦਾ ਟੋਟਲ ਡਿਸਟੈਂਸ, ਰੁਕਣ ਦਾ ਟੋਟਲ ਸਪੇਸ, ਡਿਪੈਂਡ ਕਰਦਾ ਆ ਦਾਲੇ ਕੰਡੀਸ਼ੀਓਨੇ, ਕੰਡੀਸ਼ਨ ਦੇ ਉੱਤੇ, ਦਿਲ ਅਸਫਾਲਤੋ ਯਾਨੀ ਕਿ ਸੜਕ ਦਾ ਫਰਸ਼ ਜਿਹੜਾ ਹੁੰਦਾ ਹੈ ਨਾ, ਸੜਕ ਦਾ ਜਿਹੜਾ ਵੀ ਫਰਸ਼ ਆ ਉਹ ਤੇ ਵੀ ਡਿਪੈਂਡ ਕਰਦਾ ਹੈ ਆਪਣਾ ਟੋਟਲ ਡਿਸਟੈਂਸ। ਜੇਕਰ ਸੜਕ ਜਿਹੜੀ ਆ ਉਹ ਵਧੀਆ ਹੋਏਗੀ, ਖੁਰਦਰੀ ਸੜਕ ਹੋਏਗੀ, ਹਨਾ, ਥੋੜੀ ਜਿਹੀ ਜਿਹੜੀਆਂ ਬਣਾਈ ਜਾਂਦੀ ਆ ਵੱਡੇ ਰੋਡ ਖੁਰਦਰੇ ਥੋੜੇ ਜਿਹੇ ਬਜਰੀ ਵਾਲੇ, ਇਦਾਂ ਦੀ ਸੜਕ ਦੇ ਉੱਤੇ ਆਪਣੀ ਗੱਡੀ ਥੋੜੀ ਛੇਤੀ ਰੁਕ ਜਾਂਦੀ ਹੈ, ਕਿਉਂਕਿ ਜਿਹੜੀ ਟਾਇਰਾਂ ਦੀ ਪਕੜ ਆ ਉਹ ਵੱਧਦੀ ਆ ਸੜਕ ਦੇ ਨਾਲ। ਲੇਕਿਨ ਜੇਕਰ ਸੜਕ ਬਿਲਕੁਲ ਪਲੇਨ ਹੋਏਗੀ, ਉੱਥੇ ਫਿਰ ਆਪਣੀ ਗੱਡੀ ਸਕਿੱਟ ਵੀ ਕਰ ਸਕਦੀ ਹੈ ਤੇ ਜ਼ਿਆਦਾ ਲੰਬੀ ਦੂਰੀ ਵੀ ਤੈਅ ਕਰ ਸਕਦੀ ਹੈ, ਜ਼ਿਆਦਾ ਦੂਰ ਵੀ ਜਾ ਸਕਦੀ ਹੈ ਬ੍ਰੇਕ ਲੱਗਣ ਦੇ ਦੌਰਾਨ। ਇਸ ਕਰਕੇ ਸਵਾਲ ਆ ਵੇਰੋ, ਕਿਉਂਕਿ ਡਿਪੈਂਡ ਕਰਦੀ ਆ ਟੋਟਲ ਆਪਣੀ ਜਿਹੜੀ ਸਪੇਸ ਆ, ਡਿਪੈਂਡ ਕਰਦਾ ਆ ਸੜਕ ਦੀ ਕੰਡੀਸ਼ਨ ਤੇ ਵੀ। ਓਕੇ, ਉਹ ਤੋਂ ਬਾਅਦ ਪਹਿਲਾ ਫਾਲਸੋ, ਲੋ ਸਪਾਜ਼ੀਓ ਤੋਤਾਲੇ ਦੀ ਅਰੈਸਟੋ, ਟੋਟਲ ਰੁਕਣ ਦਾ ਸਪੇਸ, ਇਹ ਇੰਡੀਪੈਂਡੇ ਉੱਤੇ ਆਇਆ ਡਿਪੈਂਡ, ਤੇ ਇੱਥੇ ਆਪਾਂ ਪੜਾਂਗੇ ਇੰਡੀਪੈਂਡੈਂਟ, ਯਾਨੀ ਕਿ ਡਿਪੈਂਡ ਨਹੀਂ ਕਰਦਾ। ਇੰਡੀਪੈਂਡੈਂਟ ਆ, ਡਿਪੈਂਡ ਨਹੀਂ ਕਰਦਾ ਜਿਹੜਾ ਸਪੇਸ ਆ ਟੋਟਲ ਬ੍ਰੇਕ ਲੱਗਣ ਦਾ, ਉਹ ਡਿਪੈਂਡ ਨਹੀਂ ਕਰਦਾ ਦਲ ਉਸੂਰਾ ਦੀ ਪਨੇਉਮਾਤੀਸੀ, ਟਾਇਰ ਕਿੰਨੇ ਯੂਜ਼ਡ ਨੇ ਇਹਦੇ ਉੱਤੇ ਡਿਪੈਂਡ ਨਹੀਂ ਕਰਦਾ ਆਪਣਾ ਬ੍ਰੇਕ ਲੱਗਣ ਦਾ ਸਪੇਸ ਜਾਂ ਫਿਰ ਟੋਟਲ ਸਪੇਸ ਕਰਦਾ ਜੀ। ਕਰਦਾ ਆ। ਓਕੇ, ਸੋ ਸਵਾਲ ਆ ਫਾਲਸੋ। ਉਹ ਤੋਂ ਬਾਅਦ ਸੇਮ ਸਵਾਲ ਆ ਕਿ ਲੋ ਸਪਾਜ਼ੀਓ ਤੋਤਾਲੇ ਦੀ ਅਰੈਸਟੋ, ਰੁਕਣ ਦਾ ਟੋਟਲ ਡਿਸਟੈਂਸ, ਇਹ ਇੰਡੀਪੈਂਡੇ ਯਾਨੀ ਕਿ ਡਿਪੈਂਡ ਨਹੀਂ ਕਰਦਾ ਦਾਲੇ ਕੰਡੀਸ਼ੀਓਨੇ ਦੀ ਅਸਫਾਲਤੋ, ਟੋਟਲ ਡਿਸਟੈਂਸ ਜਿਹੜਾ ਆਪਣਾ ਹੁੰਦਾ ਹੈ ਰੁਕਣ ਦਾ, ਉਹ ਸੜਕ ਦੀ ਕੰਡੀਸ਼ਨ ਤੇ ਡਿਪੈਂਡ ਨਹੀਂ ਕਰਦਾ। ਸਵਾਲ ਸਾਨੂੰ ਕਹਿੰਦਾ ਆ, ਸੋ ਸਵਾਲ ਆ ਫਾਲਸੋ, ਡਿਪੈਂਡ ਕਰਦਾ ਆ ਬਿਲਕੁਲ ਸੜਕ ਦੀ ਕੰਡੀਸ਼ਨ ਦੇ ਉੱਤੇ ਵੀ। ਓਕੇ, ਉਹ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਦੋ ਡਿਸਟੈਂਸ ਹੁੰਦੇ ਨੇ ਆਪਣੇ, ਉਹਦੇ ਬਾਰੇ ਪੜ੍ਹਦੇ ਹਾਂ। ਲੋ ਸਪਾਜ਼ੀਓ ਤੋਤਾਲੇ ਦੀ ਅਰੈਸਟੋ, ਰੁਕਣ ਦਾ ਟੋਟਲ ਸਪੇਸ, ਜਿੰਨਾ ਵੀ ਆਪਾਂ ਟੋਟਲ ਸਪੇਸ ਹੁੰਦਾ ਰਿਐਕਸ਼ਨ ਟਾਈਮ ਮਿਲਾ ਕੇ ਤੇ ਆਪਣਾ ਰੁਕਣ ਦਾ ਟਾਈਮ ਮਿਲਾ ਕੇ ਬ੍ਰੇਕਾਂ ਦੇ ਨਾਲ, ਦੋਵਾਂ ਨੂੰ ਮਿਲਾ ਕੇ ਬਣਦਾ ਹੈ ਤੋਤਾਲੇ ਦੀ ਅਰੈਸਟੋ, ਰੁਕਣ ਦਾ ਟੋਟਲ ਸਪੇਸ। ਇਹਦੇ ਬਾਰੇ ਕਹਿੰਦਾ ਹੈ ਸਵਾਲ, ਜਿਹੜਾ ਰੁਕਣ ਦਾ ਟੋਟਲ ਸਪੇਸ ਆ ਇਹ ਭਾਰੀ ਬਰਾਬਰ ਹੁੰਦਾ ਆ allo spazio percorso nel tempo di reazione, ਸਿਰਫ ਉਹ ਹਿੱਸਾ ਹੁੰਦਾ ਹੈ ਤੋਤਾਲੇ ਅਰੈਸਟੋ ਜਦੋਂ ਆਪਾਂ ਸੋਚਦੇ ਹਾਂ, ਆਪਣਾ ਰਿਐਕਸ਼ਨ ਟਾਈਮ ਵਾਲਾ ਹਿੱਸਾ।
ਓਕੇ, ਉੱਤੇ ਆਪਾਂ ਪੜ੍ਹਿਆ ਸੀਗਾ ਰਿਐਕਸ਼ਨ ਟਾਈਮ ਦਾ ਵੀ ਮਿਲਾ ਕੇ, ਤੇ ਜਿੱਥੇ ਆਪਣੀ ਗੱਡੀ ਜਾ ਕੇ ਰੁਕਦੀ ਆ ਬ੍ਰੇਕ ਮਾਰਨ ਦੇ ਦੌਰਾਨ ਉਹ ਵੀ ਮਿਲਾ ਕੇ ਡਿਸਟੈਂਸ ਸਾਰਿਆਂ ਨੂੰ ਮਿਲਾ ਕੇ ਬਣਦਾ ਹੈ ਸਪਾਤੀਓ ਤੋਤਾਲੇ ਦੀ ਅਰੈਸਟੋ, ਰੁਕਣ ਦਾ ਟੋਟਲ ਸਪੇਸ। ਲੇਕਿਨ ਸਵਾਲ ਸਾਨੂੰ ਕਹਿੰਦਾ ਕਿ ਸਿਰਫ ਜਿਹੜਾ ਟੈਂਪੋ ਦੀ ਰਿਐਕਸ਼ਨ ਯਾਨੀ ਕਿ ਰਿਐਕਸ਼ਨ ਟਾਈਮ ਆਪਣਾ ਹੁੰਦਾ ਆ ਸਿਰਫ ਉਹਦੇ ਬਰਾਬਰ ਹੋਣਾ ਚਾਹੀਦਾ ਆ, ਉਹਦੇ ਬਰਾਬਰ ਹੁੰਦਾ ਹੈ ਟੋਟਲ ਸਪੇਸ ਰੁਕਣ ਦਾ। ਓਕੇ, ਸਵਾਲ ਆ ਫਾਲਸੋ। ਉਹ ਤੋਂ ਬਾਅਦ ਸੇਮ ਹੀ ਸਵਾਲ ਹੈ, ਲੋ ਸਪਾਜ਼io totale ਟੋਟਲ ਸਪੇਸ ਰੁਕਣ ਦਾ ਇਹ ਪਾਰੀ ਬਰਾਬਰ ਹੁੰਦਾ ਹੈ ਲੋ ਸਪਾਜ਼io percorso durante la frenata, ਜਦੋਂ ਵੀ ਆਪਾਂ ਬ੍ਰੇਕ ਲੱਗਣ ਦੇ ਦੌਰਾਨ ਜਿਹੜਾ ਵੀ ਸਪੇਸ ਕਵਰ ਕਰਦੇ ਆ ਉਹੀ ਹੁੰਦਾ ਹੈ ਆਪਣਾ ਟੋਟਲ ਸਪੇਸ ਰੁਕਣ ਦਾ। ਓਕੇ, ਸੋ ਸਵਾਲ ਹੈ ਵੀ ਫਾਲਸੋ। ਇਹ ਸਮਝ ਆ ਗਿਆ ਸਾਰਿਆਂ ਨੂੰ ਕਿ ਦੋਵੇਂ ਅਲੱਗ-ਅਲੱਗ ਨੇ, ਇਸ ਕਰਕੇ ਫਾਲਸੋ ਹੋਏ ਨੇ। ਜੇਕਰ ਇਕੱਠੇ ਹੁੰਦੇ ਪਹਿਲੇ ਸਵਾਲ ਵਾਂਗੂ ਕਿ ਦੋਵੇਂ ਇਕੱਠੇ ਮਿਲਾ ਕੇ ਬਣਦੇ ਨੇ, ਸੋ ਸਵਾਲ ਵੇਰੋ ਹੋ ਜਾਣਾ ਸੀ। ਹਾਂਜੀ ਓਕੇ, ਸਮਝ ਆ ਗਿਆ ਸਾਰਿਆਂ ਨੂੰ ਇਹ ਦੋਵੇਂ ਸਵਾਲ ਕਿਉਂ ਫਾਲਸੋ ਹੋਏ ਨੇ? ਹਾਂਜੀ ਸਰ। ਓਕੇ, ਲਾਸਟ ਸਵਾਲ ਹੈ। ਇਹਨਾਂ ਨੇ ਹਾਂਜੀ, ਇਹਦੇ ਚ ਓਨਲੀ ਬ੍ਰੇਕ ਦਾ ਦੱਸਿਆ ਉਹਨਾਂ ਸੋਚਣ ਦਾ ਟਾਈਮ ਇਹਦੇ ਚ। ਹਾਂ ਸੋਚਣ ਇੱਕ ਨੇ ਦੱਸਿਆ ਵੀ ਟੋਟਲ ਸਪੇਸ ਆਪਣਾ ਰੁਕਣ ਦਾ ਸਿਰਫ ਸੋਚਣ ਵਾਲਾ ਆ, ਇੱਕ ਨੇ ਦੱਸਿਆ ਵੀ ਟੋਟਲ ਸਪੇਸ ਆਪਣਾ ਬ੍ਰੇਕ ਮਾਰਨ ਵਾਲਾ ਹੈ, ਲੇਕਿਨ ਇਦਾਂ ਨਹੀਂ, ਦੋਵੇਂ ਮਿਲਾ ਕੇ ਬਣਦੇ ਨੇ ਟੋਟਲ ਸਪੇਸ। ਹਾਂਜੀ ਓਕੇ, ਸੋ ਲਾਸਟ ਸਵਾਲ ਹੈ, ਤਾਂ ਲੋ ਸਪਾਜ਼io totale di arresto, ਰੁਕਣ ਦਾ ਟੋਟਲ ਸਪੇਸ non dipende, ਡਿਪੈਂਡ ਨਹੀਂ ਕਰਦਾ della velocità ਸਪੀਡ ਦੇ ਉੱਤੇ। ਕਰਦਾ ਜੀ, ਇਹਦੇ ਕਰਦਾ ਨਾਲ ਆ, ਵੱਧ ਜਾਏਗਾ ਜੀ। ਇਹਦੇ ਨਾਲ ਵੱਧ ਜਾਏਗਾ ਜੇਕਰ ਆਪਣੀ ਸਪੀਡ ਜ਼ਿਆਦਾ ਹੋਏਗੀ, ਸੋ ਆਪਣਾ ਬ੍ਰੇਕ ਲੱਗਣ ਦਾ ਡਿਸਟੈਂਸ ਜਿਹੜਾ ਹੈ ਉਹ ਵੀ ਵੱਧ ਜਾਏਗਾ, ਸੋ ਆਪਣਾ ਟੋਟਲ ਡਿਸਟੈਂਸ ਵੀ ਫਿਰ ਉੱਥੇ ਵੱਧ ਜਾਏਗਾ। ਸੋ ਸਵਾਲ ਹੈ ਫਾਲਸੋ, ਵੀ ਡਿਪੈਂਡ ਕਰਦਾ ਹੈ। ਓਕੇ, ਉਹ ਤੋਂ ਬਾਅਦ ਪੜ੍ਹਦੇ ਹਾਂ ਲੋ ਸਪਾਜ਼io totale ਯਾਨੀ ਕਿ ਟੋਟਲ ਆਪਣਾ ਰੁਕਣ ਦਾ ਸਪੇਸ। ਲੋ ਸਪਾਜ਼io totale di arresto, ਟੋਟਲ ਸਪੇਸ ਆਪਣਾ ਰੁਕਣ ਦਾ aumenta ਵੱਧ ਜਾਏਗਾ, ਸੇ aumenta la velocità ਜੇਕਰ ਆਪਾਂ ਵਧਾਵਾਂਗੇ ਸਪੀਡ। ਓਕੇ, ਦੋ ਵਾਰ aumenta ਆਇਆ ਇੱਥੇ, ਇਹ ਸਮਝੋ totale di arresto ਯਾਨੀ ਕਿ ਸਪੇਸ ਟੋਟਲ ਆਪਣੇ ਰੁਕਣ ਦਾ, aumenta ਵੱਧ ਜਾਏਗਾ ਆਪਣਾ ਰੁਕਣ ਦਾ ਸਪੇਸ ਜੇਕਰ, ਜੇਕਰ aumenta ਵਧਾਵਾਂਗੇ la velocità ਸਪੀਡ ਨੂੰ, ਜੇਕਰ ਸਪੀਡ ਨੂੰ ਵਧਾਵਾਂਗੇ ਤੇ ਆਪਣਾ ਟੋਟਲ ਡਿਸਟੈਂਸ ਵੀ ਉੱਥੇ ਵੱਧ ਜਾਏਗਾ। ਓਕੇ, ਸੋ ਸਵਾਲ ਆ ਵੇਰੋ। ਦੂਜਾ ਸਵਾਲ, ਲੋ ਸਪਾਜ਼io totale di arresto, ਰੁਕਣ ਦਾ ਟੋਟਲ ਸਪੇਸ aumenta ਵੱਧ ਜਾਏਗਾ, ਸੇ ਲਾ strada innevata ਕੀ ਹੁੰਦਾ ਆ? ਬਰਫ਼ ਬਰਫ਼ ਵਾਲਾ, ਹਨਾ, ਜਿਹੜੀ ਵੀ ਸੜਕ ਦੇ ਉੱਤੇ ਬਰਫ਼ ਪਈ ਹੁੰਦੀ ਆ, ਜੇਕਰ ਸੜਕ ਦੇ ਉੱਤੇ ਬਰਫ਼ ਪਈ ਆ, ਸੜਕ ਬਰਫ਼ ਨਾਲ ਕਵਰ ਆ, ਤੇ ਉੱਥੇ ਆਪਣਾ ਟੋਟਲ ਡਿਸਟੈਂਸ ਰੁਕਣ ਦਾ aumenta ਯਾਨੀ ਕਿ ਵੱਧ ਜਾਏਗਾ, ਹਨਾ। ਸੋ ਸਵਾਲ ਆ ਵੇਰੋ। ਤੀਜਾ ਸਵਾਲ, ਲੋ ਸਪਾਜ਼io totale di arresto, ਟੋਟਲ ਸਪੇਸ ਆਪਣੇ ਰੁਕਣ ਦਾ aumenta ਵੱਧ ਜਾਏਗਾ, ਸੇ ਲਾ strada ਜੇਕਰ ਸੜਕ, ਸੇ ਕੋਪਰਤਾ ਯਾਨੀ ਕਿ ਕਵਰ ਆ ਸੜਕ ਦੇ ਉੱਤੇ ਹੈਗਾ ਆ, il fango ਯਾਨੀ ਕਿ ਕਿੱਚੜ, ਚਿੱਕੜ। ਚਿੱਕੜ ਜਾਂ ਕਿੱਚੜ, ਚਿੱਕੜ, ਹਨਾ। ਸੋ ਜੇਕਰ ਸੜਕ ਦੇ ਉੱਤੇ ਚਿੱਕੜ ਪਿਆ ਹੈ, ਕਿੱਚੜ ਪਿਆ ਹੈ, ਤਾਂ ਉਸ ਕੇਸ ਦੇ ਵਿੱਚ ਆਪਣੀ ਜਿਹੜੀ ਸਪੇਸ ਆ ਬ੍ਰੇਕ ਮਾਰਨ ਦੀ ਉਹ ਵੱਧ ਜਾਏਗੀ, ਕਿਉਂਕਿ ਆਪਣੀ ਜਿਹੜੀ ਟਾਇਰ ਆ, ਆਪਣੀ ਜਿਹੜੀ ਗੱਡੀ ਆ ਉਹ ਸਲਿੱਪ ਹੋ ਕੇ ਅੱਗੇ ਦੂਰ ਤੱਕ ਚਲੀ ਜਾਏਗੀ, ਹਨਾ। ਸੋ ਸਵਾਲ ਆ ਵੇਰੋ। ਲੋ ਸਪਾਜ਼io totale di arresto, ਟੋਟਲ ਸਪੇਸ ਆਪਣੇ ਰੁਕਣ ਦਾ aumenta ਵੱਧ ਜਾਏਗਾ, ਸਹੀ ਪਨੇਉਮਾਤੀਸੀ ਜੇਕਰ ਟਾਇਰ ਸੋਨੋ ਉਸੂਰਾਤੀ ਜੇਕਰ ਯੂਜ਼ਡ ਟਾਇਰ ਨੇ ਆਪਣੇ, ਹਨਾ, ਜੇਕਰ ਆਪਣੇ ਟਾਇਰ ਪੁਰਾਣੇ ਨੇ, ਯੂਜ਼ਡ ਨੇ, ਗੁੱਟੀਆਂ ਜਿਹੜੀਆਂ ਨੇ ਘਸੀਆਂ ਨੇ ਸਾਰੀਆਂ, ਸੋ ਆਪਣਾ ਜਿਹੜਾ ਸਪੇਸ ਜਾਂ ਬ੍ਰੇਕ ਮਾਰਨ ਦਾ ਉਹ ਵੱਧ ਜਾਏਗਾ, ਉਹਦੇ ਨਾਲ ਆਪਣੀ ਜਿਹੜੀ ਗੱਡੀ ਆ ਉਹ ਸਕਿੱਟ ਕਰਦੇ ਹੋਏ ਅੱਗੇ ਤੱਕ ਜਾ ਸਕਦੀ ਹੈ। ਸੋ ਸਵਾਲ ਆ ਵੇਰੋ, ਵੱਧ ਜਾਏਗਾ ਆਪਣਾ ਸਪੇਸ। ਫਾਲਸੋ ਸਵਾਲ, ਲੋ ਸਪਾਜ਼io totale di arresto, ਰੁਕਣ ਦਾ ਸਾਰਾ ਸਪੇਸ aumenta ਵੱਧ ਜਾਏਗਾ, ਸੇ ਪਨੇਉਮਾਤੀਸੀ ਜੇਕਰ ਟਾਇਰ non sono usurati ਜੇਕਰ ਟਾਇਰ ਬਹੁਤ ਜ਼ਿਆਦਾ ਯੂਜ਼ ਨਹੀਂ ਹੈਗੇ ਫਿਰ ਆਪਣਾ ਵੱਧ ਜਾਏਗਾ ਸਪੇਸ। ਨਹੀਂ ਸਰ। ਆਲਸੋ ਵੀ ਜੇਕਰ ਟਾਇਰ ਜ਼ਿਆਦਾ ਯੂਜ਼ਡ ਨਹੀਂ ਹੈਗੇ, ਟਾਇਰ ਬਿਲਕੁਲ ਨਵੇਂ ਨੇ, ਗੁੱਟੀਆਂ ਸਹੀ ਨੇ ਟਾਇਰ ਦੀਆਂ, ਸੋ ਆਪਣੀ ਜਿਹੜੀ ਸਪੇਸ ਆ ਉਹ ਘਟ ਜਾਏਗੀ, ਹੈ ਨਾ। ਲੇਕਿਨ ਸਵਾਲ ਕਰੇਗਾ aumenta ਵੱਧ ਜਾਏਗੀ, ਇਸ ਕਰਕੇ ਸਵਾਲ ਆ ਫਾਲਸੋ। ਲੋ ਸਪਾਜ਼io totale di arresto, ਰੁਕਣ ਦਾ ਸਾਰਾ ਜਿਹੜਾ ਡਿਸਟੈਂਸ ਹੁੰਦਾ ਹੈ, ਸਪੇਸ ਹੁੰਦਾ ਹੈ ਰੁਕਣ ਦਾ, aumenta ਵੱਧ ਜਾਏਗਾ, ਸੇ diminuisce la velocità ਜੇਕਰ ਆਪਣੀ ਸਪੀਡ ਆਪਾਂ ਘਟਾਉਂਦੇ ਆ, ਸੋ ਆਪਣਾ ਰੁਕਣ ਦਾ ਸਪੇਸ ਵੱਧ ਜਾਏਗਾ, ਨਹੀਂ ਸਰ, ਉਹ ਘੱਟ ਵੀ ਘਟ ਜਾਏਗਾ, ਹਨਾ। ਤੀਜਾ ਲਾਸਟ, ਲੋ ਸਪਾਜ਼io totale di arresto, ਰੁਕਣ ਦਾ ਸਾਰਾ ਸਪੇਸ aumenta ਵੱਧ ਜਾਏਗਾ, ਸੇ asfalto e ruvido ਯਾਨੀ ਕਿ ਖੁਰਦਰਾ, ਹਨਾ, ਖੁਰਦਰਾ ਜਿਹਨੂੰ ਆਪਾਂ ਕਹਿੰਦੇ ਆ, ਸੋ ਜੇਕਰ ਸੜਕ ਜਿਹੜੀ ਆ, ਸੜਕ ਦਾ ਫਰਸ਼ ਆ ਉਹ ਖੁਰਦਰਾ ਆ, ਸੋ ਆਪਣਾ ਸਪੇਸ ਵੱਧ ਜਾਏਗਾ ਉੱਥੇ ਬ੍ਰੇਕ ਲੱਗਣ ਦਾ, ਨਹੀਂ ਸਰ, ਉੱਤੇ ਵੀ ਘਟੇਗਾ ਜੀ। ਇਹ ਵੀ ਘਟੇਗਾ, ਹਨਾ। ਇਹ ਯਾਦ ਰੱਖਿਓ, ਤੁਸੀਂ ਆਪਣੇ ਦਿਮਾਗ 'ਚ ਸੋਚੋ ਇੱਕ ਵਾਰੀ ਜਦੋਂ ਵੀ ਸਵਾਲ ਪੜ੍ਹਦੇ ਹੋ ਕਿ ਇੱਥੇ ਰੁਕਣਾ ਹੀ ਚਾਹੀਦਾ, ਇੱਥੇ ਵਧਣਾ ਚਾਹੀਦਾ ਕਿ ਘਟਣਾ ਚਾਹੀਦਾ ਹੈ, ਹਨਾ। ਇਹਦੇ ਨਾਲ ਤੁਹਾਨੂੰ ਸਵਾਲ ਬਿਲਕੁਲ ਯਾਦ ਹੋ ਜਾਣਗੇ। ਉਹ ਤੋਂ ਬਾਅਦ ਪੜ੍ਹਦੇ ਹਾਂ ਸਪਾਜ਼io percorso, ਜਿਹੜਾ ਸਪੇਸ ਆਪਾਂ ਕ੍ਰੋਸ ਕਰਦੇ ਹਾਂ nel tempo di reazione ਯਾਨੀ ਕਿ ਰਿਐਕਸ਼ਨ ਟਾਈਮ ਦੇ ਨਾਲ। ਓਕੇ, ਸੋ ਦੋ ਟਾਈਮ ਹੁੰਦੇ ਨੇ ਆਪਣਾ, ਇੱਕ ਤੇ distanza di frenatura ਬ੍ਰੇਕ ਲੱਗਣ ਦਾ ਸਪੇਸ, ਤੇ ਇੱਕ ਹੁੰਦਾ ਹੈ ਸਪੇਸ ਜਦੋਂ ਆਪਾਂ ਸੋਚਦੇ ਹਾਂ ਕਿ ਆਪਾਂ ਕੀ ਕਰਨਾ ਹੈ। ਓਕੇ, ਸੋ ਉਹਦੇ ਬਾਰੇ ਪੜਾਂਗੇ tempo di reazione ਯਾਨੀ ਕਿ ਸਪੇਸ ਜਿੱਥੇ ਆਪਾਂ ਸੋਚਦੇ ਹਾਂ।
lo spazio percorso nel tempo di reazione è quello ਜਿਹੜਾ ਸੋਚਣ ਦਾ ਟਾਈਮ ਹੁੰਦਾ ਆ ਉਹ ਵਾਲਾ ਟਾਈਮ ਹੁੰਦਾ ਆ percorso dal momento della percezione di una situazione di pericolo ਜਦੋਂ ਵੀ ਆਪਾਂ ਖਤਰੇ ਨੂੰ ਮਹਿਸੂਸ ਕਰੀਏ percezione di una situation ਨੂੰ ਇੱਕ ਸਿਚੁਏਸ਼ਨ ਨੂੰ ਆਪਾਂ ਮਹਿਸੂਸ ਕਰੀਏ ਇੱਕ ਖਤਰੇ ਵਾਲੀ ਸਿਚੁਏਸ਼ਨ ਨੂੰ ਹਨਾ ਉਹਨੂੰ ਵੀ ਜਦੋਂ ਆਪਾਂ ਮਹਿਸੂਸ ਕਰੀਏ ਤੇ ਉੱਥੋਂ ਸ਼ੁਰੂ ਹੁੰਦਾ a quello ਤੇ ਉੱਥੋਂ ਤੱਕ di inizio della frenata ਓਕੇ ਇੱਥੇ ਆਪਣੀ ਗੱਡੀ ਜੇਕਰ ਜਾ ਰਹੀ ਆ ਇੱਥੋਂ ਆਪਾਂ ਨੂੰ ਖਤਰਾ ਮਹਿਸੂਸ ਹੋ ਗਿਆ ਆ ਇਸ ਪੁਆਇੰਟ ਤੋਂ ਹਨਾ ਵੀ ਅੱਗੇ ਜਾ ਕੇ ਖਤਰਾ ਆ ਤੇ ਹੁਣ ਮੈਂ ਬ੍ਰੇਕ ਮਾਰਨੀ ਆ ਓਕੇ ਇੱਥੋਂ ਆਪਾਂ ਸੋਚਣਾ ਸ਼ੁਰੂ ਕੀਤਾ ਹੈ ਤੇ ਇੱਥੇ ਤੱਕ ਆਪਾਂ ਬ੍ਰੇਕ ਦੇ ਉੱਤੇ ਪੈਰ ਰੱਖਤਾ ਆ ਓਕੇ ਇੱਥੇ ਤੱਕ ਆਪਾਂ ਬ੍ਰੇਕ ਤੇ ਪੈਰ ਰੱਖਤਾ ਆ ਸੋ ਜਿਹੜਾ ਵੀ ਸੋਚਣ ਵਾਲਾ ਆਪਣਾ ਟਾਈਮ ਆ ਇਹ ਸ਼ੁਰੂ ਹੁੰਦਾ ਆ ਉੱਥੋਂ ਜਿੱਥੋਂ ਆਪਾਂ ਸੋਚਣਾ ਸ਼ੁਰੂ ਕੀਤਾ ਹੈ ਕਿ ਹੁਣ ਮੈਂ ਬ੍ਰੇਕ ਮਾਰਨਾ ਆ ਤੇ ਉੱਥੋਂ ਤੱਕ ਹੁੰਦਾ ਹੈ ਜਿੱਥੋਂ ਆਪਾਂ ਬ੍ਰੇਕ ਮਾਰਨੀ ਸ਼ੁਰੂ ਕਰਦੇ ਹਾਂ ਓਕੇ ਇਸ ਡਿਸਟੈਂਸ ਨੂੰ ਆਪਾਂ ਕਹਿੰਦੇ ਆ ਲੋ ਸਪਾਜ਼ੀਓ percorso nel tempo di reazione ਯਾਨੀ ਕਿ ਆਪਣਾ ਰਿਐਕਸ਼ਨ ਟਾਈਮ ਆਪਣਾ ਸੋਚਣ ਦਾ ਟਾਈਮ ਓਕੇ ਇਹ ਸਮਝ ਆ ਗਿਆ ਸਾਰਿਆਂ ਨੂੰ ਬਾਕੀ ਇੱਕ ਵਾਰ ਦੁਬਾਰਾ ਸਮਝਾਇਓ ਭਾਜੀ। ਓਕੇ ਉਹ ਸਵਾਲ ਸਾਨੂੰ ਕਹਿੰਦਾ ਕਿ ਜਿਹੜਾ ਸੋਚਣ ਦੇ ਆਪਣਾ ਟਾਈਮ ਹੁੰਦਾ ਆ ਟੈਂਪੋ ਦੀ ਰਿਐਕਸ਼ਨ ਸੋਚਣ ਦਾ ਟਾਈਮ ਉਹ ਸ਼ੁਰੂ ਹੁੰਦਾ ਆ ਉੱਥੋਂ ਜਿੱਥੋਂ ਆਪਾਂ ਸੋਚਣਾ ਸ਼ੁਰੂ ਕਰਦੇ ਆ ਕਿ ਹੁਣ ਮੈਂ ਬ੍ਰੇਕ ਮਾਰਨੀ ਆ ਜਿਵੇਂ ਆਪਾਂ ਕੋਈ ਖਤਰਾ ਮਹਿਸੂਸ ਹੋ ਗਿਆ ਹੁਣ ਮੈਂ ਬ੍ਰੇਕ ਮਾਰਨੀ ਆ ਇਸ ਪੁਆਇੰਟ ਤੋਂ ਸ਼ੁਰੂ ਹੁੰਦਾ ਆ ਰਿਐਕਸ਼ਨ ਟਾਈਮ ਤੇ ਉਸ ਪੁਆਇੰਟ ਤੱਕ ਹੁੰਦਾ ਜਿੱਥੇ ਆਪਾਂ ਬ੍ਰੇਕ ਮਾਰਨੀ ਫਿਰ ਸ਼ੁਰੂ ਕਰ ਦਿੰਦੇ ਆ ਇਹਦੇ ਵਿਚਕਾਰ ਦੇ ਟਾਈਮ ਨੂੰ ਆਪਾਂ ਕਹਿੰਦੇ ਆ ਟੈਂਪੋ ਦੀ ਰਿਐਕਸ਼ਨ ਯਾਨੀ ਕਿ ਰਿਐਕਸ਼ਨ ਟਾਈਮ ਆਪਣਾ ਓਕੇ ਜਦੋਂ ਵੀ ਬ੍ਰੇਕ ਹਾਂਜੀ ਮਾਰਨੀ ਸ਼ੁਰੂ ਕਰਤੀ ਆ ਤੇ ਆਪਣੀ ਗੱਡੀ ਰੁਕ ਗਈ ਆ ਇੱਥੇ ਤੱਕ ਦੀ ਡਿਸਟੈਂਸ ਨੂੰ ਆਪਾਂ ਕੀ ਕਹਾਂਗੇ ਫਿਰ ਟੈਂਪੋ ਦੀ velocity। ਹਾਂ ਟੈਂਪੋ ਦੀ ਫਰੇਨਾਤੂਰਾ ਯਾਨੀ ਕਿ ਬ੍ਰੇਕ ਲੱਗਣ ਦਾ ਸਪੇਸ ਫਿਰ ਅੱਗੇ ਹੋ ਜਾਏਗਾ ਲੇਕਿਨ ਜਦੋਂ ਤੱਕ ਆਪਾਂ ਬ੍ਰੇਕ ਮਾਰਨੀ ਸ਼ੁਰੂ ਕਰਦੇ ਹਾਂ ਉੱਥੇ ਤੱਕ ਆਪਣਾ ਹੋਏਗਾ ਟੈਂਪੋ ਦੀ ਰਿਐਕਸ਼ਨ ਯਾਨੀ ਕਿ ਰਿਐਕਸ਼ਨ ਟਾਈਮ ਸੋ ਸਵਾਲ ਆ vero la distanza di sicurezza la security ਵਾਲਾ distance deve essere mantenuta ਜਿਹੜਾ ਡਿਸਟੈਂਸ ਹੁੰਦਾ ਹੈ ਆਪਣੇ ਸਿਕਿਉਰਿਟੀ ਵਾਲਾ ਉਹਨੂੰ ਮੇਨਟੇਨ ਕਰਕੇ ਰੱਖਣਾ ਜ਼ਰੂਰੀ ਆ ਫਿਰ evitare ਜਿਹਦੇ ਨਾਲ ਆਪਾਂ ਬਚ ਸਕੀਏ tamponamento ਯਾਨੀ ਕਿ ਟੱਕਰ ਓਕੇ ਡਿਸਟੈਂਸਾਂ ਦੀ ਸਿਕਿਉਰਿਟੀ ਯਾਨੀ ਕਿ ਆਪਣਾ ਸਿਕਿਉਰਿਟੀ ਵਾਲਾ ਡਿਸਟੈਂਸ ਜਿਹੜਾ ਆਪਾਂ ਆਪਣੀ ਅਗਲੇ ਵਾਲੀ ਗੱਡੀ ਤੋਂ ਬਣਾ ਕੇ ਰੱਖਣਾ ਹੁੰਦਾ ਆ ਉਹ ਆਪਾਂ ਹਮੇਸ਼ਾ ਬਣਾ ਕੇ ਰੱਖਣਾ ਮੇਨਟੇਨ ਕਰਨਾ ਜਿਹਦੇ ਨਾਲ ਆਪਾਂ ਟੱਕਰ ਤੋਂ ਬਚ ਸਕੀਏ ਸੋ ਸਵਾਲ ਆ vero la distanza di sicurezza può essere maggiore distanza di sicurezza ਹੁੰਦਾ ਹੈ ਟੋਟਲ ਸਪੇਸ ਆਪਣਾ ਹਨਾ ਇਹ ਯਾਦ ਰੱਖਿਓ distanza di sicurezza ਯਾਨੀ ਕਿ ਟੋਟਲ ਸਪੇਸ ਰਿਐਕਸ਼ਨ ਟਾਈਮ ਤੇ frenatura ਵਾਲੀ ਸਪੇਸ ਨੂੰ ਮਿਲਾ ਕੇ ਬਣਦਾ ਹੈ distanza di sicurazione ਸੋ distanza di sicurazione può essere maggiore ਇਹ ਜ਼ਿਆਦਾ ਹੋ ਸਕਦਾ ਆ dello spazio percorso nel tempo di reazione ਜਿਹੜਾ ਹੁੰਦਾ ਆ ਓਕੇ ਮੰਨ ਲਓ ਇੱਥੇ ਤੋਂ ਲੈ ਕੇ ਇੱਥੇ ਤੱਕ ਆਪਣਾ ਸੋਚਣ ਦਾ ਟਾਈਮ। ਹਾਂ ਸੋਚਣ ਦਾ ਟਾਈਮ ਹਨਾ ਸੋਚਣ ਦੇ ਟਾਈਮ ਤੋਂ ਜ਼ਿਆਦਾ ਹੋਣਾ ਚਾਹੀਦਾ ਆ ਆਪਣਾ ਡਿਸਟੈਂਸਾਂ ਦੀ ਸਿਕਿਉਰੇਟਸਾ ਦੂਰੀ ਵਾਲਾ ਡਿਸਟੈਂਸ ਵਾਲੀ ਦੂਰੀ ਹਨਾ ਜਿਵੇਂ ਆਪਾਂ ਕਿਸੇ ਵੀ ਗੱਡੀ ਤੋਂ ਦੂਰੀ ਬਣਾ ਕੇ ਚੱਲਦੇ ਹਾਂ ਇਸ ਪੁਆਇੰਟ ਤੋਂ ਇਸ ਪੁਆਇੰਟ ਤੱਕ ਇਹ A ਗੱਡੀ ਆ ਤੇ B ਗੱਡੀ ਆ ਇਹਨਾਂ ਆਪਾਂ ਡਿਸਟੈਂਸ ਬਣਾ ਕੇ ਚੱਲਦੇ ਹਾਂ ਸੋ ਇਹ ਡਿਸਟੈਂਸ ਜਿਹੜਾ ਬਣਾ ਕੇ ਚੱਲਣਾ ਆਪਾਂ ਇਹ ਜ਼ਿਆਦਾ ਹੋਣਾ ਚਾਹੀਦਾ ਆ ਜ਼ਿਆਦਾ ਹੋ ਸਕਦਾ ਆ ਸੋਚਣ ਵਾਲੇ ਟਾਈਮ ਤੇ ਮੰਨ ਲਓ ਇੱਥੇ ਤੱਕ ਤੁਸੀਂ ਸੋਚ ਸਕਦੇ ਹੋ ਇਹ ਤੁਹਾਡਾ ਸੋਚਣ ਦਾ ਟਾਈਮ ਹੋ ਗਿਆ ਤਾਂ ਇਹ ਥੋੜੀ ਜਿਹੀ ਤੋਂ ਜ਼ਿਆਦਾ ਵੀ ਦੂਰੀ ਤੁਸੀਂ ਬਣਾ ਕੇ ਰੱਖ ਸਕਦੇ ਹੋ ਡਿਸਟੈਂਸਾਂ ਦੀ ਸਿਕਿਉਰੇਟਸਾ ਦੇ ਵਿੱਚ ਓਕੇ ਤਾਂ ਕਿ ਹੋਰ ਵਧੀਆ ਆਪਣੀ ਗੱਡੀ ਜਾ ਕੇ ਰੁਕ ਜੇ ਤੇ ਕੋਈ ਵੀ ਨੁਕਸਾਨ ਨਾ ਹੋਵੇ ਓਕੇ ਸੋ ਸਵਾਲ ਆ vero falso ਸਵਾਲ la distanza di sicurezza ਸਿਕਿਉਰਿਟੀ ਵਾਲਾ ਡਿਸਟੈਂਸ deve essere mantenuta ਇਹ ਬਣਾ ਕੇ ਰੱਖਣਾ ਚਾਹੀਦਾ ਹੈ ਮੇਨਟੇਨ ਕਰਕੇ ਰੱਖਣਾ ਚਾਹੀਦਾ ਹੈ ਸਾਨੂੰ ਫਿਰ evitare ਜਿਹਦੇ ਨਾਲ ਆਪਾਂ ਬਚ ਸਕੀਏ ਲੋ ਸਕੋਂਟਰੋ ਫਰੋਂਟਾਲੇ ਸਕੋਂਟਰੋ ਟੱਕਰ ਫਰੋਂਟਾਲੇ ਅੱਗੇ ਤੋਂ ਆਮਣੇ ਸਾਹਮਣੇ ਦੀ ਟੱਕਰ ਤੋਂ ਓਕੇ ਆਮਣੇ ਸਾਹਮਣੇ ਵਾਲੀ ਟੱਕਰ ਤੋਂ ਬਚਣ ਦੇ ਲਈ ਆਪਾਂ ਹਮੇਸ਼ਾ ਡਿਸਟੈਂਸ ਬਣਾ ਕੇ ਰੱਖਣਾ ਹੈ ਸਿਕਿਉਰਿਟੀ ਵਾਲਾ ਨਹੀਂ ਸਰ ਉਹ ਤਾਂ ਆਲਸੋ ਪਿੱਛੇ ਚੱਲ ਰਿਹਾ। ਜਦੋਂ ਪਿੱਛੇ ਚੱਲਦੇ ਹੋਈਏ ਹਨਾ ਕਿਸੇ ਗੱਡੀ ਦੇ ਆਪਾਂ ਉਦੋਂ ਬਣਾ ਕੇ ਰੱਖਣਾ ਹੁੰਦਾ ਹੈ ਆਮਣੇ ਸਾਹਮਣੇ ਵਾਲੀ ਟੱਕਰ ਦਾ ਇਹਦੇ ਕੋਈ ਵੀ ਰੋਲ ਨਹੀਂ ਹੁੰਦਾ ਓਕੇ la distanza di sicurezza deve essere mantenuta distanza di sicurezza ਆਪਣੇ ਸਿਕਿਉਰਿਟੀ ਵਾਲਾ ਡਿਸਟੈਂਸ ਆਪਾਂ ਹਮੇਸ਼ਾ ਮੇਨਟੇਨ ਕਰਕੇ ਰੱਖਣਾ ਹੈ ਬਣਾ ਕੇ ਰੱਖਣਾ ਹੈ ਫਿਰ evitare ਜਿਹਦੇ ਨਾਲ ਆਪਾਂ ਬਚ ਸਕੀਏ lo scontro laterale ਯਾਨੀ ਕਿ ਸਾਈਡਾਂ ਤੋਂ ਟੱਕਰ ਤੋਂ ਬਚਣ ਦੇ ਲਈ ਆਪਾਂ ਬਣਾ ਕੇ ਰੱਖਦੇ ਹਾਂ ਡਿਸਟੈਂਸਾਂ ਦੀ ਸਿਕਿਉਰੇਟਸਾ ਨਹੀਂ ਜੀ ਆਲਸੋ ਨਹੀਂ ਸਰ la distanza di sicurezza ਜਿਹੜਾ ਆਪਣਾ ਸਿਕਿਉਰਿਟੀ ਵਾਲਾ ਡਿਸਟੈਂਸ ਹੁੰਦਾ ਆ può essere inferiore ਕੀ ਹੁੰਦਾ ਆ ਘੱਟ। ਘੱਟ ਸੋ ਆਪਣਾ ਜਿਹੜਾ ਡਿਸਟੈਂਸਾਂ ਦੀ ਸਿਕਿਉਰਿਟੀ ਵਾਲਾ ਡਿਸਟੈਂਸ ਆ ਉਹ ਘੱਟ ਹੋਣਾ ਚਾਹੀਦਾ ਆ allo spazio percorso nel tempo di reazione ਰਿਐਕਸ਼ਨ ਟਾਈਮ ਤੋਂ ਘੱਟ ਹੋਣਾ ਚਾਹੀਦਾ ਹੈ ਆਪਣਾ ਟੋਟਲ ਡਿਸਟੈਂਸ ਨਹੀਂ ਸਰ ਜ਼ਿਆਦਾ ਹੋਣਾ ਚਾਹੀਦਾ। ਜ਼ਿਆਦਾ ਹੋਣਾ ਚਾਹੀਦਾ ਨੇ può essere maggiore ਜ਼ਿਆਦਾ ਹੋ ਸਕਦਾ ਹੈ
ਸੋ ਸਵਾਲ ਹੈ ਆਪਣਾ ਫਾਲਸੋ ਕਿ ਸਵਾਲ ਸਾਨੂੰ ਕਹਿੰਦਾ ਘੱਟ ਹੋਣਾ ਚਾਹੀਦਾ ਹੈ। ਉਹ ਤੋਂ ਬਾਅਦ ਪੜ੍ਹਦੇ ਹਾਂ ਰਿਸਪੈਕਟੋ dalla distanza di sicurezza, ਕਿਵੇਂ ਆਪਾਂ ਰਿਸਪੈਕਟ ਕਰਨੀ ਆ। ਓਕੇ, distanza di sicurezza ਦੀ ਸਿਕਿਉਰਿਟੀ ਵਾਲੇ ਡਿਸਟੈਂਸ ਦੀ। ਸੋ ਪੜ੍ਹਦੇ ਹਾਂ ਸਵਾਲ। ਰਿਸਪੈਕਟ dalla distanza di sicurezza, ਰਿਸਪੈਕਟ ਕਰਨੀ distanza di sicurezza, evita ਉਹਦੇ ਨਾਲ ਆਪਾਂ ਬਚ ਸਕਦੇ ਹਾਂ ਜੇਕਰ ਆਪਾਂ ਰਿਸਪੈਕਟ ਕਰਦੇ ਹਾਂ, ਆਪਾਂ ਪਾਲਣਾ ਕਰਦੇ ਹਾਂ distanza di sicurezza ਦੀ ਯਾਨੀ ਕਿ ਸਿਕਿਉਰਿਟੀ ਵਾਲੇ ਡਿਸਟੈਂਸ ਦੀ, ਉਹਦੇ ਨਾਲ ਆਪਾਂ ਬਚ ਸਕਦੇ ਹਾਂ। ਲਾ ਕੋਲੀਸੀਓਨੇ ਯਾਨੀ ਕਿ ਟੱਕਰ ਕੌਣ ਇਲ ਵਹੀਕਲੋ ਉਸ ਵਹੀਕਲ ਦੇ ਨਾਲ ਕੇ ਪ੍ਰੇਸ਼ੇ ਜਿਹੜੇ ਸਾਡੇ ਅੱਗੇ ਜਾ ਰਿਹਾ ਹੈ। ਜਿਹੜਾ ਵੀ ਵਹੀਕਲ ਸਾਡੇ ਅੱਗੇ ਜਾ ਰਿਹਾ ਆ ਉਹਦੇ ਨਾਲ ਟੱਕਰ ਤੋਂ ਬਚਣ ਦੇ ਲਈ ਆਪਾਂ ਹਮੇਸ਼ਾ ਸਿਕਿਉਰਿਟੀ ਵਾਲੇ ਡਿਸਟੈਂਸ ਦੀ ਪਾਲਣਾ ਕਰਨੀ ਆ, ਰਿਸਪੈਕਟ ਕਰਨੀ ਆ। ਸੋ ਸਵਾਲ ਆ ਵੇਰੋ। ਓਕੇ, ਇਲ conducente ਡਰਾਈਵਰ ਦੇਵੇ ਵਾਲੂਤਾਰੇ, ਡਰਾਈਵਰ ਨੂੰ ਜ਼ਰੂਰੀ ਆ ਵੈਲਿਊ ਕਰਨੀ ਲਾ distanza di sicurezza ਯਾਨੀ ਕਿ ਸਿਕਿਉਰਿਟੀ ਵਾਲੇ ਡਿਸਟੈਂਸ ਦੀ। ਹਮੇਸ਼ਾ ਬਣਾ ਕੇ ਰੱਖੇ ਸਿਕਿਉਰਿਟੀ ਵਾਲਾ ਡਿਸਟੈਂਸ। anche sulla base, ਬਾਸੇ ਹੁੰਦਾ ਆ ਬੇਸਿਕ, ਓਕੇ ਯਾਨੀ ਕਿ ਆਧਾਰ ਤੇ, ਜਿਵੇਂ ਆਪਾਂ ਕਹਿ ਦਿੰਦੇ ਹਾਂ ਉਹਦੇ ਆਧਾਰ ਤੇ ਵੀ ਬਣਾ ਕੇ ਰੱਖਣੀ ਆ ਆਪਾਂ distanza sicurezza। ਕਿਹਦੇ ਆਧਾਰ ਤੇ? dalla velocità, ਸਪੀਡ ਦੇ ਆਧਾਰ ਤੇ। del veicolo di cui è alla guida, ਇੱਥੇ ਇੱਕ ਡਰਾਈਵਰ ਦੀ ਗੱਲ ਹੋਈ ਆ। ਓਕੇ, ਇੱਕ ਡਰਾਈਵਰ ਨੇ ਬਣਾ ਕੇ ਰੱਖਣਾ ਸਿਕਿਉਰਿਟੀ ਵਾਲਾ ਡਿਸਟੈਂਸ। ਓਕੇ, ਸਪੀਡ ਦੇ ਆਧਾਰ ਤੇ ਵੀ ਉਸ ਗੱਡੀ ਦੇ ਜਿਹੜੀ ਗੱਡੀ ਉਹ ਚਲਾ ਰਿਹਾ ਆ। ਓਕੇ, ਮੰਨ ਲਓ 80 ਤੇ ਜਾ ਰਿਹਾ ਆ, ਥੋੜੀ ਸਪੀਡ ਵਧਾ ਲਈ ਆ ਉਹਨੇ, ਤੇ ਥੋੜੀ ਜਿਹੀ ਸਪੇਸ ਆਪਣੀ ਵਧਾ ਲੇਗਾ distanza di sicurezza ਵਾਲੀ। ਜੇਕਰ ਹੌਲੀ ਸਪੀਡ ਦੇ ਨਾਲ ਜਾ ਰਿਹਾ 30 40 ਤੇ ਜਾ ਰਿਹਾ ਤੇ ਫਿਰ ਆਪਣੀ ਉਹ ਥੋੜੀ ਜਿਹੀ ਘਟਾ ਵੀ ਸਕਦਾ ਆ। ਓਕੇ, ਸੋ ਡਿਪੈਂਡ ਕਰਦਾ ਆ ਕਿ ਕਿਹੜੀ ਸਪੀਡ ਤੇ ਜਾ ਰਿਹਾ, ਉਸ ਦੇ ਆਧਾਰ ਦੇ ਉੱਤੇ, ਉਹਦੇ ਬੇਸਿਕ ਦੇ ਉੱਤੇ ਉਹਨੇ ਆਪਣੀ ਜਿਹੜੀ distanza di sicurezza ਹੈ ਉਹ ਬਣਾ ਕੇ ਰੱਖਣੀ ਹੈ। ਓਕੇ, ਸੋ ਸਵਾਲ ਆ ਫਿਰ ਤੀਜਾ ਸਵਾਲ, il conducente deve commisurare, ਇੱਕ ਡਰਾਈਵਰ ਨੂੰ ਜ਼ਰੂਰੀ ਆ ਬਣਾ ਕੇ ਰੱਖੇ la distanza di sicurezza ਯਾਨੀ ਕਿ ਆਪਣਾ ਸਿਕਿਉਰਿਟੀ ਵਾਲਾ ਡਿਸਟੈਂਸ। anche in base, ਉਹਦੇ ਆਧਾਰ ਤੇ ਵੀ, ਹੁਣ ਅੱਗੇ ਪੜਾਂਗੇ ਕਿਹਦੇ ਆਧਾਰ ਤੇ, alla propria potenza dei riflessi, ਯਾਨੀ ਕਿ ਉਹਦੇ ਰਿਫਲੈਕਸ਼ਨ ਕਿੰਨੀ ਤੇਜ਼ ਨੇ, ਹਨਾ, ਕਿੰਨੀ ਤੇਜ਼ੀ ਦੇ ਨਾਲ ਉਹ ਕੋਈ ਵੀ ਮੂਵ ਕਰਦਾ ਆਪਣਾ, ਕਿੰਨੀ ਤੇਜ਼ੀ ਦੇ ਨਾਲ ਉਹ ਹੈਂਡਲ ਕਰ ਲੈਂਦਾ ਕਿਸੇ ਵੀ ਸਿਚੁਏਸ਼ਨ ਨੂੰ। ਮੰਨ ਲਓ ਕੋਈ ਤੇਜ਼ ਬੰਦਾ ਆ, ਉਹ ਅਚਾਨਕ ਹੀ ਬ੍ਰੇਕ ਮਾਰਦੇ ਆ, ਕੋਈ ਢਿੱਲਾ ਬੰਦਾ ਉਹ ਬ੍ਰੇਕ ਹੌਲੀ ਹੌਲੀ ਮਾਰੇਗਾ, ਹਨਾ, ਕਿੰਨੀ ਉਹ ਤੇਜ਼ੀ ਨਾਲ ਬ੍ਰੇਕ ਮਾਰ ਸਕਦਾ ਹੈ, ਕਿੰਨਾ ਕੁ ਫੋਰ ਤੇ ਹੈਗਾ ਆ ਬੰਦਾ, ਉਹਦੇ ਹਿਸਾਬ ਦੇ ਨਾਲ ਵੀ ਆਪਾਂ distanza di sicurezza ਬਣਾ ਕੇ ਚੱਲਣਾ ਚਾਹੀਦਾ ਆ ਸਾਨੂੰ। ਓਕੇ, ਸੋ ਸਵਾਲ ਆ ਫਿਰ il valore della distanza di sicurezza ਬਣਾ ਕੇ ਚੱਲਣਾ ਹੁੰਦਾ ਹੈ। distanza di sicurezza ਵੈਲਿਊ ਕਰਨੀ ਹੁੰਦੀ ਹੈ distanza di sicurezza ਦੀ। deve essere sbalito anche in base ਆਧਾਰ ਤੇ ਵੀ। ਓਕੇ, ਇੱਥੇ ਤੱਕ ਆਪਾਂ ਹੁਣ ਸਾਰੇ ਸਵਾਲਾਂ 'ਚ ਪੜਾਂਗੇ ਕਿ ਆਪਾਂ distanza di sicurezza ਬਣਾ ਕੇ ਰੱਖਣਾ ਹੈ anche in base ਯਾਨੀ ਕਿ ਆਧਾਰ ਤੇ। ਕਿਹਦੇ ਆਧਾਰ ਤੇ, ਉਹ ਆਪਾਂ ਸਵਾਲ ਦੇ ਐਂਡ 'ਚ ਪੜਾਂਗੇ। ਓਕੇ, andamento plano altimetrico ਯਾਨੀ ਕਿ ਸੜਕ ਦੇ ਲੈਵਲ, ਜੇਕਰ ਉੱਤੇ ਥੱਲੇ ਨੇ, ਹਨਾ, ਸੜਕ ਚੜਾਈ ਉਤਰਾਈ ਤੇ ਆ, ਉਹਦੇ ਹਿਸਾਬ ਨਾਲ ਵੀ ਆਪਾਂ ਆਪਣਾ distanza di sicurezza ਬਣਾ ਕੇ ਰੱਖਣਾ ਹੈ। ਓਕੇ, ਸੋ ਸਵਾਲ ਆ ਵੇਰੋ। ਉਹ ਤੋਂ ਬਾਅਦ ਸੇਮ ਸਵਾਲ ਆ anche in base, ਓਕੇ, ਯਾਨੀ ਕਿ ਆਧਾਰ ਤੇ ਵੀ। ਹੁਣ ਕਾਹਦੇ ਆਧਾਰ ਤੇ, ਉਹ ਸਵਾਲ ਦੇ ਐਂਡ 'ਚ ਪੜਾਂਗੇ ਕਾਹਦੇ ਆਧਾਰ ਤੇ ਆਪਾਂ distanza di sicurezza ਬਣਾ ਕੇ ਰੱਖਣਾ ਹੁੰਦਾ ਹੈ। ਆਲੇ condizioni atmosferiche, ਐਟਮੋਸਫੇਰਿਕ ਕੰਡੀਸ਼ਨ, ਮੌਸਮ ਦੇ ਹਿਸਾਬ ਦੇ ਨਾਲ ਵੀ ਆਪਾਂ ਆਪਣੀ distanza di sicurezza ਬਣਾ ਕੇ ਰੱਖਣੀ, ਕਿਉਂਕਿ ਜੇਕਰ ਮੌਸਮ ਖਰਾਬ ਆ, ਬਾਰਿਸ਼ ਪੈ ਰਹੀ ਆ, ਸੋ ਆਪਣਾ distanza di sicurezza ਕੀ ਹੋ ਜਾਏਗਾ? ਬਾਅਦ ਯੋਗਾ। ਵੱਧ ਜਾਏਗਾ, ਹਨਾ, ਕਿਉਂਕਿ ਆਪਣਾ ਬ੍ਰੇਕ ਲੱਗਣ ਦਾ ਵੀ ਜਿਹੜਾ ਸਪੇਸ ਆ ਵੱਧ ਜਾਏਗਾ, ਸਾਡੇ ਗਿੱਲੀ ਹੋਏਗੀ। ਇਸ ਕਰਕੇ ਆਪਣਾ ਕੰਡੀਸ਼ਨ ਯਾਨੀ ਕਿ ਕੰਡੀਸ਼ਨਸ, ਐਟਮੋਸਫੇਰਿਕ ਯਾਨੀ ਕਿ ਐਟਮੋਸਫੇਰਿਕ। ਓਕੇ, ਐਟਮੋਸਫੇਰਿਕ ਕੰਡੀਸ਼ਨ ਦੇ ਹਿਸਾਬ ਨਾਲ ਵੀ ਆਪਾਂ ਹਮੇਸ਼ਾ ਆਪਣੀ ਜਿਹੜੀ distanza di sicurezza ਹੈ ਉਹ ਬਣਾ ਕੇ ਰੱਖਣੀ ਆ। ਸੋ ਸਵਾਲ ਆ ਵੇਰੋ। ਫਿਰ ਚੌਥਾ ਸਵਾਲ ਵੀ ਇਹ ਹਿਸਾਬ ਨਾਲ। ਚੌਥਾ, ਹਾਂ ਚੌਥਾ ਰਹਿ ਗਿਆ। ਆਪਾਂ ਬਣਾ ਕੇ ਰੱਖਣੀ ਆ ਆਪਾਂ ਆਪਣੀ distanza di sicurezza al base, ਆਧਾਰ ਦੇ ਉੱਤੇ। ਕਾਹਦੇ ਆਧਾਰ ਦੇ ਉੱਤੇ? del condizione del traffico, ਕਿੰਨੀ ਟ੍ਰੈਫਿਕ ਆ ਸੜਕ ਦੇ ਉੱਤੇ। ਓਕੇ, ਜੇਕਰ ਟ੍ਰੈਫਿਕ ਗੂੜੀ ਆ, ਡੈਂਸ ਟ੍ਰੈਫਿਕ ਆ, ਫਿਰ ਆਪਾਂ ਥੋੜਾ ਜਿਹਾ ਵਧਾ ਲਵਾਂਗੇ। ਜੇਕਰ ਘੱਟ ਆ, ਬਿਲਕੁਲ ਇੱਕ ਦੋ ਹੀ ਗੱਡੀ ਆ ਸੜਕ ਦੇ ਉੱਤੇ, ਫਿਰ ਆਪਾਂ ਥੋੜਾ ਜਿਹਾ ਉੱਥੇ ਘਟਾ ਵੀ ਸਕਦੇ ਹਾਂ, ਹਨਾ, ਕਿਉਂਕਿ ਕੋਈ ਵੀ ਕਲੈਸ਼ਨ ਦਾ ਖਤਰਾ ਉੱਥੇ, ਟੱਕਰ ਦਾ ਖਤਰਾ ਉੱਥੇ ਘਟ ਜਾਂਦਾ ਹੈ, ਕਿਉਂਕਿ ਅਗਲੀ ਗੱਡੀ ਵੀ ਫਿਰ ਨਹੀਂ ਬ੍ਰੇਕ ਮਾਰੇਗੀ ਜੇਕਰ ਟ੍ਰੈਫਿਕ ਨਹੀਂ ਹੈਗੀ। ਹਾਂਜੀ। ਉਹ ਸਵਾਲ ਆ ਫਿਰ ਸੱਤਵਾਂ ਸਵਾਲ, ਵੱਧ ਜਾਏਗਾ ਆਪਣਾ ਸਪਾਚੀਓ ਯਾਨੀ ਕਿ ਡਿਸਟੈਂਸ ਦਾ ਸਿਕਿਉਰezza ਬਣਾ ਕੇ ਰੱਖਣਾ ਹੈ ਆਪਾਂ ਇਨ ਬਾਜ਼ੇ ਯਾਨੀ ਕਿ ਆਧਾਰ ਦੇ ਉੱਤੇ। ਕਾਹਦੇ ਆਧਾਰ ਦੇ ਉੱਤੇ? ਇਲ tipo di veicolo, ਯਾਨੀ ਕਿ ਕਿਹੜੇ ਟਾਈਪ ਦਾ ਵਹੀਕਲ ਆਪਾਂ ਚਲਾ ਰਹੇ ਹਾਂ। ਸਿਕੁਈ ਐਲਾ ਗੁਇਦਾ ਯਾਨੀ ਕਿ ਚਲਾ ਰਹੇ ਹਾਂ, ਕਿਹੜੇ ਟਾਈਪ ਦਾ ਵਹੀਕਲ ਆਪਾਂ ਚਲਾ ਰਹੇ ਹਾਂ ਉਹ 'ਤੇ ਵੀ ਡਿਪੈਂਡ ਕਰਦਾ ਆ ਆਪਣਾ distanza di sicurezza। ਮੰਨ ਲਓ ਜੇਕਰ ਆਪਾਂ ਬੱਸ ਚਲਾ ਰਹੇ ਹਾਂ, ਟਰੱਕ ਚਲਾ ਰਹੇ ਹਾਂ, ਗੱਡੀ ਮੋਟਰਸਾਈਕਲ ਜਿਹੜਾ ਵੀ ਵਹੀਕਲ ਚਲਾ ਰਹੇ ਹਾਂ, ਉਹਦੇ ਉੱਤੇ ਵੀ ਫਿਰ ਡਿਪੈਂਡ ਕਰੇਗਾ। ਓਕੇ, ਸੋ ਸਵਾਲ ਆ ਫਿਰ
8ਵਾਂ ਸਵਾਲ, distanza di sicurezza deve essere stabile, ਇਹਨੂੰ ਬਣਾ ਕੇ ਰੱਖਣਾ ਚਾਹੀਦਾ ਹੈ anche in base al anche in base ਯਾਨੀ ਕਿ ਆਧਾਰ ਦੇ ਉੱਤੇ, ਕਾਹਦੇ ਆਧਾਰ ਦੇ ਉੱਤੇ, stato di efficienza, ਐਫੀਸ਼ੀਐਂਸੀ ਯਾਨੀ ਕਿ ਐਫੀਸ਼ੀਐਂਸੀ ਕਿੰਨੀ ਆ ਗੱਡੀ ਦੀ, ਆਪਣੀ ਐਫੀਸ਼ੀਐਂਸੀ ਹੈਗੀ ਆ, ਕਿੰਨੇ ਕੁ ਉਹਦੇ ਬ੍ਰੇਕ ਕੰਮ ਕਰਦੇ ਆ, ਹਨਾ, ਕਿੰਨੀ ਗੱਡੀ ਨਵੀਂ ਆ, ਕਿੰਨੀ ਕੁ ਫੋਰਤੇ ਆ, ਹਨਾ, ਕਿੰਨੇ ਕੁ ਬ੍ਰੇਕ ਕੰਮ ਕਰਦੇ ਨੇ, ਕਿੰਨਾ ਕੁ ABS ਕੰਮ ਕਰਦਾ ਆ, ਐਫੀਸ਼ੀਐਂਸੀ ਗੱਡੀ ਦੀ ਉਹਦੇ ਹਿਸਾਬ ਨਾਲ ਵੀ ਆਪਾਂ ਬਣਾ ਕੇ ਰੱਖਣੀ ਆ ਆਪਣੀ distanza di sicurezza। ਸੋ ਸਵਾਲ ਆ vero, licenza sicurezza deve essere stabilito, ਸਟੈਬਲਿਸ਼ ਕਰਨੀ ਚਾਹੀਦੀ ਆ ਸਾਨੂੰ, ਆਪਣੀ licenza sicurezza ਬਣਾਉਣੀ ਚਾਹੀਦੀ ਆ anche in base, ਹਿਸਾਬ ਦੇ ਨਾਲ, ਕਾਹਦੇ ਹਿਸਾਬ ਦੇ ਨਾਲ, al entità del carico, ਜਿੰਨਾ ਵੀ ਸਮਾਨ ਆਪਾਂ ਕੈਰੀ ਕੀਤਾ ਹੋਇਆ ਆ ਆਪਣੀ ਗੱਡੀ ਦੇ ਵਿੱਚ, ਲੋਡ ਕੀਤਾ ਹੋਇਆ ਆ ਆਪਣੀ ਗੱਡੀ ਦੇ ਵਿੱਚ। ਜੇਕਰ ਆਪਾਂ ਜ਼ਿਆਦਾ ਲੋਡ ਕੈਰੀ ਕਰਕੇ ਚੱਲ ਲੈਂਦੇ ਆ, ਉੱਥੇ ਆਪਾਂ ਆਪਣੀ ਜਿਹੜੀ ਸਪੇਸ ਆ ਉਹ ਵਧਾ ਲਵਾਂਗੇ, ਕਿਉਂਕਿ ਜੇਕਰ ਆਪਾਂ ਬ੍ਰੇਕ ਮਾਰਾਂਗੇ ਤੇ ਸਾਰਾ ਲੋਡ ਫਿਰ ਗੱਡੀ ਦੇ ਉੱਤੇ ਪਾਏਗਾ ਪ੍ਰੈਸ਼ਰ, ਤੇ ਗੱਡੀ ਹੋਰ ਅੱਗੇ ਜਾਏਗੀ, ਜਿਹਦੇ ਨਾਲ ਆਪਾਂ ਵੱਧ ਜਾਏਗਾ ਆਪਣਾ distanza di sicurezza। ਇਸ ਕਰਕੇ ਆਪਾਂ ਨੂੰ ਹਮੇਸ਼ਾ ਵਧਾ ਕੇ ਚੱਲਣਾ ਚਾਹੀਦਾ ਆ ਆਪਣੇ ਕਾਰੀਕੋ ਦੇ ਹਿਸਾਬ ਦੇ ਨਾਲ ਵੀ। ਓਕੇ, ਸੋ ਸਵਾਲ ਆ ਫੇਰ ਉਹ ਤੋਂ ਬਾਅਦ 10ਵਾਂ ਸਵਾਲ ਆ distanza di sicurezza, ਜਿਹੜਾ distanza ਦੀ ਹੁੰਦੀ sicurezza, ਆਪਣਾ ਸਿਕਿਉਰਿਟੀ ਵਾਲਾ ਡਿਸਟੈਂਸ ਹੁੰਦਾ ਆ, ਦਾ mantenere, ਆਪਾਂ ਮੇਨਟੇਨ ਕਰਕੇ ਰੱਖਣਾ ਆ, ਦਾ una macchina sgombra neve, macchina sgombra neve ਕਿਹੜੀ ਹੁੰਦੀ ਆ? ਬਰਫ਼ ਸਾਫ਼ ਕਰਨ ਵਾਲੀ। ਬਰਫ਼ ਸੜਕ ਤੋਂ ਹਟਾਉਣ ਵਾਲੀ ਮਸ਼ੀਨ, ਬਰਫ਼ ਸਾਫ਼ ਕਰਨ ਵਾਲੀ ਮਸ਼ੀਨ, ਹਨਾ। ਇਦਾਂ ਦੀ ਮਸ਼ੀਨ ਜਦੋਂ ਵੀ ਐਕਸ਼ਨ ਦੇ ਵਿੱਚ ਹੋਵੇ, ਸੜਕ ਦੇ ਉੱਤੇ ਚੱਲ ਰਹੀ ਹੋਵੇ, ਸੜਕ ਦੇ ਉੱਤੇ, ਉਹ ਤਾਂ ਆਪਾਂ distanza di sicurezza ਹਮੇਸ਼ਾ ਬਣਾ ਕੇ ਰੱਖਣੀ ਆ ਦੀ 20 ਮੀਟਰ, ਯਾਨੀ ਕਿ 20 ਮੀਟਰ ਦੀ, 20 ਮੀਟਰ ਦੂਰ ਹੀ ਰਹਿਣਾ ਹੈ ਉਸ ਮਸ਼ੀਨ ਤੋਂ ਜਦੋਂ ਵੀ ਚੱਲ ਰਹੀ ਹੋਵੇ। ਓਕੇ, ਸੋ ਸਵਾਲ ਹੈ ਵੇਰੋ 20 ਮੀਟਰ ਜਾਂ ਫਿਕਸ ਡਿਸਟੈਂਸ ਹੋ ਗਿਆ ਕਿ ਉਹ ਤਾਂ ਬਣਾ ਕੇ ਹੀ ਰੱਖਣਾ ਹੈ ਆਪਾਂ। ਓਕੇ, ਯਾਦ ਰੱਖਿਓ। ਉਹਦੇ ਬਾਅਦ 11ਵਾਂ ਸਵਾਲ ਆ, ਸੇਮ ਸਵਾਲ ਆ, ਲੇਕਿਨ ਇੱਥੇ ਗੱਲ ਹੋਈ ਆ ਮਾਕੀਨਾ ਸਪਾਂਦੀਰੀਸ਼ ਯਾਨੀ ਕਿ ਜਿਹੜੀ ਸਪਰੈਡ ਕਰਦੀ ਆ, ਫੈਲਾਉਂਦੀ ਆ, ਦੀ ਸਾਲੇ ਯਾਨੀ ਕਿ ਨਮਕ, ਜਦੋਂ ਵੀ ਕਿਤੇ ਬਰਫ਼ ਪੈਂਦੀ ਆ ਜੰਮੀ ਹੋਈ, ਉੱਥੇ ਬਰਫ਼ ਦੇ ਨਾਲ ਉਹਨੂੰ ਫਿਰ ਬਰਫ਼ ਉਹਦੇ ਉੱਤੇ ਪਾਈ ਜਾਂਦੀ, ਜਿਹਦੇ ਨਾਲ ਉਹ ਛੇਤੀ ਛੇਤੀ ਹਟ ਜੇ ਸੜਕ ਤੋਂ। ਵੇਖੀ ਸਾਰਿਆਂ ਨੇ ਬਰਫ਼ ਪਾਉਣ ਵਾਲੀ ਮਸ਼ੀਨ ਵੀ? ਨਹੀਂ ਜੀ। ਓਕੇ, ਲੇਕਿਨ ਇੱਦਾਂ ਦੀ ਮਸ਼ੀਨ ਹੁੰਦੀ ਹੈ ਜਿਹੜੀ ਬਰਫ਼ ਪਾਉਂਦੀ ਹੈ ਸੜਕ ਦੇ ਉੱਤੇ, ਹਨਾ, ਜਦੋਂ ਵੀ ਬਰਫ਼ ਪਈ ਹੋਵੇ ਸੜਕ ਦੇ ਉੱਤੇ। ਸੋ ਮਸ਼ੀਨ ਇੱਕ ਹੁੰਦੀ ਹੈ ਜਿਹੜੀ ਬਰਫ਼ ਦੇ ਉੱਤੇ ਨਮਕ ਸੁੱਟਦੀ ਆ, ਨੂਣ ਸੁੱਟਦੀ ਆ, ਹਨਾ, ਜਿਹਦੇ ਨਾਲ ਬਰਫ਼ ਛੇਤੀ ਛੇਤੀ ਹਟਦੀ ਆ ਸੜਕ ਤੋਂ। ਇਦਾਂ ਦੀ ਮਸ਼ੀਨ ਤੋਂ ਵੀ ਆਪਾਂ ਦੂਰੀ ਬਣਾ ਕੇ ਰੱਖਣੀ ਆ 20 ਮੀਟਰ, ਯਾਨੀ ਕਿ 20 ਮੀਟਰ ਦੀ। ਓਕੇ, ਸੋ ਦੋਵੇਂ ਮਸ਼ੀਨਾਂ ਤੋਂ ਆਪਾਂ 20 ਮੀਟਰ ਦੀ ਸਪੇਸ ਬਣਾ ਕੇ ਚੱਲਣੀ ਹੈ। ਸੋ ਸਵਾਲ ਆ ਵੇਰੋ 12ਵਾਂ ਸਵਾਲ, conducente deve valutare, ਇੱਕ ਡਰਾਈਵਰ ਨੇ ਵੈਲਿਊ ਕਰਨੀ ਹੈ la distanza di sicurezza, ਸਿਕਿਉਰਿਟੀ ਵਾਲੇ ਡਿਸਟੈਂਸ ਦੀ, con riferimento anche alla base da velocità del veicolo che lo precedo, veicolo che lo precedo, ਇਹਦਾ ਮਤਲਬ ਹੁੰਦਾ ਹੈ ਕਿ ਜਿਹੜਾ ਵੀ ਵਹੀਕਲ ਆਪਣੇ ਅੱਗੇ ਜਾ ਰਿਹਾ ਹੈ। ਓਕੇ, ਸੋ ਦੁਬਾਰਾ ਦੇਖਦੇ ਹਾਂ ਸਵਾਲ ਸਾਨੂੰ ਕਹਿੰਦਾ ਕਿ ਆਪਾਂ ਬਣਾ ਕੇ ਰੱਖਣੀ ਹੈ distanza di sicurezza anche alla velocità, ਦੇਖਦੇ ਹੋਏ alla velocità ਯਾਨੀ ਕਿ ਸਪੀਡ ਉਸ ਗੱਡੀ ਦੀ ਜਿਹੜੀ ਗੱਡੀ ਆਪਣੇ ਅੱਗੇ ਜਾ ਰਹੀ ਹੈ। ਓਕੇ, ਸੋ ਜਿਹੜੀ ਵੀ ਗੱਡੀ ਆਪਣੇ ਅੱਗੇ ਜਾ ਰਹੀ ਹੈ ਉਹਦੀ ਸਪੀਡ ਦੇਖਦੇ ਹੋਏ ਵੀ ਆਪਾਂ ਆਪਣੀ ਸਪੀਡ ਨੂੰ ਕੰਟਰੋਲ ਕਰਨਾ, ਆਪਣੇ distanza di sicurezza ਬਣਾ ਕੇ ਰੱਖਣੀ ਹੈ। ਓਕੇ, ਸੋ ਸਵਾਲ ਆ ਵੇਰੋ 13ਵਾਂ ਸਵਾਲ, il valore della distanza di sicurezza, ਜਿਹੜਾ distanza di sicurezza ਆਪਣੀ ਸਿਕਿਉਰਿਟੀ ਵਾਲਾ ਡਿਸਟੈਂਸ ਹੁੰਦਾ ਹੈ, deve essere stabilito, ਉਹਨੂੰ ਸਟੇਬਲ ਕਰਨਾ ਚਾਹੀਦਾ ਆ anche in base, ਬੇਸਿਕ ਦੇ ਉੱਤੇ, ਯਾਨੀ ਕਿ ਆਧਾਰ ਤੇ, ਕਾਹਦੇ ਆਧਾਰ ਤੇ, efficienza del freni, efficienza dei freni, ਯਾਨੀ ਕਿ ਜਿੰਨੇ ਆਪਣੇ ਬ੍ਰੇਕ ਦੀ ਐਫੀਸ਼ੀਐਂਸੀ ਹੈਗੀ ਆ, ਬ੍ਰੇਕਾਂ ਦੀ क्षमता ਹੈਗੀ ਆ। ਮੰਨ ਲਓ ਆਪਾਂ ਵਧੀਆ ਗੱਡੀ ਚਲਾ ਰਹੇ ਹਾਂ ਜਿਹਦੇ ਵਧੀਆ ਬ੍ਰੇਕ ਨੇ, ਫਿਰ ਆਪਾਂ ਥੋੜਾ ਜਿਹਾ distanza di sicurezza ਉਹਦੇ ਹਿਸਾਬ ਨਾਲ ਹੀ ਬਣਾ ਕੇ ਚੱਲਾਂਗੇ। ਓਕੇ, ਲੇਕਿਨ ਜੇਕਰ ਸਾਡੇ ਕੋਲ ਪੁਰਾਣੀ ਗੱਡੀ ਹੈ ਜਿਹਦੇ ਬ੍ਰੇਕ ਬਿਲਕੁਲ ਥੋੜੇ ਥੋੜੇ ਕੰਮ ਕਰਦੇ ਨੇ, ਫਿਰ ਆਪਾਂ ਬਹੁਤ ਜ਼ਿਆਦਾ ਵਧਾ ਲੈਣਾ ਆਪਣਾ distanza di sicurezza। ਹਮੇਸ਼ਾ ਵੇਖਣਾ ਹੈ efficienza dei freni, ਯਾਨੀ ਕਿ ਬ੍ਰੇਕਾਂ ਦੀ ਕੰਡੀਸ਼ਨ ਵੀ, ਐਫੀਸ਼ੀਐਂਸੀ ਵੀ। ਓਕੇ, ਸੋ ਸਵਾਲ ਆ ਵੇਰੋ ਉਹ ਤੋਂ ਬਾਅਦ ਬਣਾ ਕੇ ਰੱਖਣੀ ਉਹਨੇ distanza di sicurezza anche in base, ਆਧਾਰ ਤੇ, ਕਾਹਦੇ ਆਧਾਰ ਤੇ, condizione, ਕੰਡੀਸ਼ਨ dei pneumatici, ਟਾਇਰਾਂ ਦੀ ਕੰਡੀਸ਼ਨ ਦੇ ਹਿਸਾਬ ਨਾਲ ਵੀ ਆਪਾਂ distanza di sicurezza ਵਧਾ ਕੇ ਰੱਖਣੀ ਹੈ। ਜੇਕਰ ਹੁਣ ਬਿਲਕੁਲ ਨਵੇਂ ਟਾਇਰ ਨੇ, ਨਵੀਂ ਗੁੱਟੀਆਂ ਨੇ ਸਾਰੀਆਂ, ਫਿਰ ਆਪਾਂ ਥੋੜਾ distanza di sicurezza ਦੇਖ ਕੇ ਬਣਾਵਾਂਗੇ। ਜੇਕਰ ਬਿਲਕੁਲ ਪੁਰਾਣੇ ਟਾਇਰ ਨੇ, ਘਸੇ ਹੋਏ ਟਾਇਰ ਨੇ, ਹਨਾ, ਉਹਦੇ ਕੰਡੀਸ਼ਨ ਦੇ ਵਿੱਚ ਆਪਾਂ ਆਪਣਾ ਜਿਹੜੇ distanza di sicurezza ਉਹ ਵਧਾ ਲਵਾਂਗੇ, ਕਿਉਂਕਿ ਆਪਣੀ ਗੱਡੀ ਜਿਹੜਾ ਟਾਈਮ ਜ਼ਿਆਦਾ ਲਵੇਗੀ ਬ੍ਰੇਕ ਲੱਗਣ ਦੇ ਲਈ। ਓਕੇ, ਸੋ ਸਵਾਲ ਆ ਵੀ ਵੇਰੋ ਇਹ ਤਾਂ ਕਿਸੇ ਨੂੰ ਕੋਈ ਡਾਊਟ ਹੋਵੇ ਤੇ ਪੁੱਛ ਸਕਦੇ ਹੋ। ਠੀਕ ਹੈ ਸਰ ਜੀ। ਸਰ 12ਵਾਂ ਦੁਬਾਰਾ ਬੋਲੋ। 12ਵਾਂ 12ਵਾਂ ਓਕੇ, ਓਕੇ 12ਵਾਂ ਸਵਾਲ ਸਾਨੂੰ ਕਹਿੰਦਾ ਕਿ ਇੱਕ ਡਰਾਈਵਰ ਨੇ il conducente deve valutare, ਵੈਲਿਊ ਕਰਨੀ ਆ, ਬਣਾ ਕੇ ਰੱਖਣਾ ਹੈ la distanza di sicurezza। ਇੱਥੇ ਤੱਕ ਸਮਝ ਆ ਗਿਆ?
ਜਿਹੜੇ ਹੁਣ ਤੱਕ ਆਪਾਂ ਇਹ ਵਾਲੀ ਲਾਈਨ ਪੜ੍ਹੀ ਹੈ ਕਿ ਡਿਸਟੈਂਸ ਬਣਾ ਕੇ ਰੱਖਣਾ ਆ ਡਿਸਟੈਂਸਾ ਸਿਗੁਰੇਸਾ ਕਿ ਡਰਾਈਵਰ ਨੇ ਕੌਣ ਰੈਫੇਰੀਮੈਂਟੋ ਯਾਨੀ ਕਿ ਰੈਫਰੈਂਸ ਲੈ ਕੇ anche ਓਕੇ alla velocità ਯਾਨੀ ਕਿ ਸਪੀਡ ਤੋਂ ਰੈਫਰੈਂਸ ਲੈ ਕੇ dal vicolo che lo precedo ਜਿਹੜੀ ਵੀ ਗੱਡੀ ਨੂੰ ਆਪਾਂ ਫੋਲੋ ਕਰ ਰਹੇ ਹਾਂ ਉਹਦੀ ਸਪੀਡ ਤੋਂ ਰੈਫਰੈਂਸ ਲੈ ਕੇ ਆਪਾਂ ਆਪਣੀ ਡਿਸਟੈਂਸਾ ਸਿਗੁਰੇਸਾ ਬਣਾ ਕੇ ਰੱਖਣੀ ਆ ਉਹਦੀ ਠੀਕ ਆ। ਓਕੇ ਸੋ ਸਵਾਲ ਆ ਵੇਰੋ 14ਵੇਂ ਸਵਾਲ ਤੇ ਕਿਸੇ ਨੂੰ ਕੋਈ ਡਾਊਟ ਹੋਵੇ ਤੇ ਪੁੱਛ ਸਕਦੇ ਹੋ 15ਵਾਂ ਹੁਣ ਪੜਾਂਗੇ ਓਕੇ 15ਵਾਂ ਸਵਾਲ ਪੜ੍ਹਦੇ ਹਾਂ ਇਹਦਾ ਲਾਸਟ ਵੇਰੋ ਸੁਸਤਰਾਦਾ ਐਕਸਟਰਾਉਰਬਾਨਾ ਸ਼ਹਿਰ ਤੋਂ ਬਾਹਰ ਵਾਲੀ ਸੜਕ ਦੇ ਉੱਤੇ una corsia per senso di marcia una corsia ਇੱਕ ਕੋਰਸੀਆ ਇੱਕ ਲੇਨ ਦੀ ਗੱਲ ਹੋ ਰਹੀ ਆ per senso di marcia ਜਿਹੜੀ ਕਿ ਵਨ ਵੇ ਲੇਨ ਹੈਗੀ ਆ ਇੱਕੋ ਸਾਈਡ ਵੱਲ ਜਿਹਦੀ ਲੇਨ ਦੀ ਟ੍ਰੈਫਿਕ ਜਾ ਰਹੀ ਆ la distanza distance fra vicoli ਵਹੀਕਲਾਂ ਦੇ ਵਿਚਕਾਰ ਫਰਾ ਯਾਨੀ ਕਿ ਵਿਚਕਾਰ ਡਿਸਟੈਂਸ ਵਹੀਕਲਾਂ ਦੇ ਵਿਚਕਾਰ adibiti al trasporto di merci ਯਾਨੀ ਕਿ ਜਿਹੜੇ ਵੀ ਵਹੀਕਲ ਲੈ ਕੇ ਜਾ ਰਹੇ ਆ ਟਰਾਂਸਪੋਰਟ ਕਰ ਰਹੇ ਨੇ ਸਮਾਨ ਨੂੰ ਦੀ massa complessiva superiore a 3,5 tonnellate ਚ ਜਿਨ੍ਹਾਂ ਦਾ ਭਾਰ ਜ਼ਿਆਦਾ ਹੈ 3.5 ਟਨ ਤੋਂ qui sia stato imposto ਜਿੱਥੇ ਲੱਗਾ ਆ il divieto di sorpasso ਯਾਨੀ ਕਿ ਓਵਰਟੇਕ ਦੀ ਮਨਾਹੀ ਉਹਨਾਂ ਦੇ ਲਈ deve essere ਦੀ almeno 100 metri ਹੋਣੀ ਚਾਹੀਦੀ ਆ ਉੱਥੇ ਡਿਸਟੈਂਸ 100 ਮੀਟਰ ਓਕੇ ਸਵਾਲ ਦਾ ਮਤਲਬ ਪਤਾ ਲੱਗ ਗਿਆ ਲੇਕਿਨ ਸਮਝ ਨਹੀਂ ਆਇਆ ਸੋ ਦੇਖ ਲੈਂਦੇ ਹਾਂ ਕਈ ਰੋਡਾਂ ਦੇ ਉੱਤੇ ਲੱਗੀ ਹੁੰਦੀ ਆ ਓਵਰਟੇਕ ਦੀ ਮਨਾਹੀ ਉਹ ਯਾਦ ਆ ਸਾਰਿਆਂ ਨੂੰ ਓਵਰਟੇਕ ਦੀ ਮਨਾਹੀ ਹਾਂਜੀ ਦਿਵਿੱਤੋ ਦੀ। ਡਿਵੀਏਟੋ ਦੀ ਹਨਾ ਉੱਥੇ ਹਾਂਜੀ ਇੱਕ ਤੇ ਆਪਾਂ ਪੜ੍ਹੀਏ ਹੁਣ ਤਾਂ ਗੱਡੀ ਵਾਲੀ ਹੁੰਦੀ ਹੈ ਟਰੱਕਾਂ ਵਾਲੀ ਵੀ ਜਿੱਥੇ ਟਰੱਕ ਕਿਸੇ ਨੂੰ ਵੀ ਓਵਰਟੇਕ ਨਹੀਂ ਕਰ ਸਕਦੇ ਹਾਂਜੀ ਓਕੇ ਸੋ ਜਿੱਥੇ ਵੀ ਲੱਗੀ ਹੋਈ ਮਨਾਹੀ ਸ਼ਹਿਰ ਤੋਂ ਬਾਹਰ ਕਿ ਟਰੱਕ ਕਿਸੇ ਨੂੰ ਵੀ ਓਵਰਟੇਕ ਨਹੀਂ ਕਰ ਸਕਦੇ ਓਕੇ ਸੋ ਉੱਥੇ ਬਹੁਤ ਜ਼ਿਆਦਾ ਟਰੱਕ ਚੱਲਣਗੇ ਸੋ ਟਰੱਕਾਂ ਤੋਂ ਫਿਰ ਉੱਥੇ ਗੱਡੀਆਂ ਵੀ ਗੱਡੀਆਂ ਉੱਥੇ ਓਵਰਟੇਕ ਕਰ ਸਕਦੀਆਂ ਨੇ ਵੈਸੇ ਹਾਂ ਸਿਰਫ ਟਰੱਕਾਂ ਨੂੰ ਮਨਾਹੀ ਹੋਏਗੀ ਉੱਥੇ 3.5 ਟਨ ਤੋਂ ਉੱਤੇ ਵਾਲੇ ਵਹੀਕਲਾਂ ਨੂੰ ਕਿ ਉਹ ਓਵਰਟੇਕ ਨਹੀਂ ਕਰ ਸਕਦੇ ਜਿਹੜੇ ਕਿ ਆਪਾਂ ਪੜ੍ਹਿਆ ਆ ਹਨਾ ਸੋ ਜੇਕਰ ਇਦਾਂ ਦੀ ਵਹੀਕਲਾਂ ਨੂੰ ਮਨਾਹੀ ਲੱਗ ਜਾਏਗੀ ਕਿ 3.5 ਟਨ ਤੋਂ ਉੱਤੇ ਵਾਲੇ ਵਹੀਕਲ ਜਿਹੜੇ ਓਵਰਟੇਕ ਨਹੀਂ ਕਰ ਸਕਦੇ ਤੇ ਉਹ ਬਿਲਕੁਲ ਨਾਲ ਨਾਲ ਹੋ ਕੇ ਚੱਲਣਗੇ ਸਾਰੇ ਵਹੀਕਲ ਆਪਸ ਦੇ ਵਿੱਚ ਤੇ ਫਿਰ ਕੋਈ ਵੀ ਗੱਡੀ ਵੀ ਉਹਨਾਂ ਨੂੰ ਸਰਪਾਸ ਓਵਰਟੇਕ ਨਹੀਂ ਕਰ ਪਾਏਗੀ ਹਨਾ ਸੋ ਇਹਦੇ ਕਰਕੇ ਇੱਥੇ ਇਟਲੀ ਦੇ ਵਿੱਚ ਲੇਜਾ ਆ ਕਿ ਜਿਹੜੀ ਵੀ ਸੜਕ ਦੇ ਉੱਤੇ ਇਹ ਮਨਾਹੀ ਹੋਏਗੀ ਕਿ 3.5 ਟਨ ਤੋਂ ਉੱਤੇ ਵਾਲੀ ਜਿਹੜੀ ਗੱਡੀ ਹੁੰਦੀ ਆ ਓਵਰਟੇਕ ਨਹੀਂ ਕਰ ਸਕਦੀ ਦੂਜੀ ਟਰੱਕ ਨੂੰ ਸੋ ਉਸ ਕੇਸ ਦੇ ਵਿੱਚ ਦੋਵੇਂ ਟਰੱਕਾਂ ਦੇ ਵਿਚਕਾਰ ਦਾ ਜਿਹੜਾ ਡਿਸਟੈਂਸ ਆ ਉਹ ਘੱਟ ਤੋਂ ਘੱਟ 100 ਮੀਟਰ ਹੋਣਾ ਚਾਹੀਦਾ ਆ ਦੋ ਟਰੱਕ ਆਪਸ ਦੇ ਵਿੱਚ ਡਿਸਟੈਂਸ ਬਣਾ ਕੇ ਚੱਲਣਗੇ ਘੱਟ ਤੋਂ ਘੱਟ 100 ਮੀਟਰ ਦਾ ਜਿਹਦੇ ਨਾਲ ਕੋਈ ਵੀ ਗੱਡੀ ਹੋਰ ਉਹਨਾਂ ਨੂੰ ਓਵਰਟੇਕ ਕਰ ਸਕੇ ਓਕੇ ਸਮਝ ਆ ਗਿਆ ਸਾਰਿਆਂ ਨੂੰ ਸਰ ਇਹਦੀ ਲੇਨ ਵੱਖਰੀ ਆਊਗੀ ਇਹ? ਨਹੀਂ ਵੱਖਰੀ ਨਹੀਂ ਸੇਮ ਹੀ ਲੇਨ ਹੋਏਗੀ ਅੱਛਾ ਜਿਹੜੀ ਸ਼ਹਿਰ ਤੋਂ ਬਾਹਰ ਇੱਕ ਸੜਕ ਆ ਉਹਦੀ ਤੇ lane ਹੈ। ਅਗਲਾ ਪਾਣੀ ਦੇ ਹਾਂਜੀ 2 ਕਿਲੇ ਨਹੀਂ ਕੇਲਿਆਂ ਦੀ ਇੱਥੇ ਗੱਲ ਨਹੀਂ ਹੋਈ ਉਸ ਵਾਰ ਸਾਨੂੰ ਕਹਿ ਰਿਹਾ ਸੀਗਾ ਕਿ ਜਿਹੜੀ ਵੀ ਸੜਕ ਦੇ ਉੱਤੇ ਮਨਾਹੀ ਹੋਏਗੀ 3.5 ਟਨ ਤੋਂ ਉੱਤੇ ਵਾਲੇ ਟਰੱਕਾਂ ਨੂੰ ਓਵਰਟੇਕ ਕਰਨ ਦੀ ਇਦਾਂ ਦੇ ਟਰੱਕ ਫਿਰ ਉਸ ਲੇਨ ਦੇ ਉੱਤੇ ਘੱਟ ਤੋਂ ਘੱਟ ਸਪੇਸ ਬਣਾ ਕੇ ਰੱਖਣਗੇ 100 ਮੀਟਰ ਦਾ ਜਿਹਦੇ ਨਾਲ ਕੋਈ ਵੀ ਗੱਡੀ ਫਿਰ ਉਹਨਾਂ ਦੇ ਵਿਚਕਾਰ ਆ ਕੇ ਇਦਾਂ ਕਰਕੇ ਓਵਰਟੇਕ ਕਰ ਸਕੇ ਉਹਨਾਂ ਟਰੱਕਾਂ ਨੂੰ ਓਕੇ ਸੋ ਸਵਾਲ ਆ ਵੇਰੋ ਓਕੇ ਇੱਥੇ ਕਿਸੇ ਨੂੰ ਕੋਈ ਡਾਊਟ ਹੋਏ ਤੇ ਪੁੱਛ ਸਕਦਾ ਹੈ ਹੁਣ ਕਿਸੇ ਵੀ ਸਵਾਲ 'ਚ ਵੇਰੋ 'ਚ ਓਕੇ ਉਹ ਤੋਂ ਬਾਅਦ ਪੜ੍ਹਦੇ ਹਾਂ ਫਾਲਤੂ ਸਵਾਲ Il valore di distanza di sicurezza, value distanza di sicurezza ਆਪਣੀ ਸਿਕਿਉਰਿਟੀ ਵਾਲੀ ਡਿਸਟੈਂਸ ਦੀ deve essere stabilito ਸਟੇਬਲ ਕਰਨੀ ਚਾਹੀਦੀ ਆਪਾਂ ਬਣਾ ਕੇ ਰੱਖਣੀ ਆ distanza di sicurezza anche in base ਆਧਾਰ ਦੇ ਉੱਤੇ ਕਾਹਦੇ ਆਧਾਰ ਦੇ ਉੱਤੇ al tipo di alimentazione del motore alimentazione ਯਾਨੀ ਕਿ ਖੁਰਾਕ ਓਕੇ ਮੰਨ ਲਓ ਕਿਸੇ ਦੀ ਖੁਰਾਕ ਕਿਸੇ ਗੱਡੀ ਦੀ ਡੀਜ਼ਲ ਆ ਕਿਸੇ ਦੀ ਪੈਟਰੋਲ ਆ ਕਿਸੇ ਦੀ ਸੀਐਨਜੀ ਆ ਇਦਾਂ ਦੀ ਜਿਹੜੀ ਵੀ ਖੁਰਾਕ ਹੋਏਗੀ ਗੱਡੀ ਦੀ ਮੋਟਰ ਦੀ ਗੱਡੀ ਦੇ ਇੰਜਨ ਦੀ ਜਿਹੜੀ ਵੀ ਖੁਰਾਕ ਹੋਏਗੀ ਉਹਦੇ ਹਿਸਾਬ ਨਾਲ ਆਪਾਂ distanza di sicurezza ਬਣਾ ਕੇ ਰੱਖਣੀ ਹੈ ਓਕੇ ਉਹਦੇ ਉੱਤੇ ਉਹਦੇ ਹਿਸਾਬ ਨਾਲ ਆਪਾਂ ਬਣਾ ਕੇ ਰੱਖਣੀ ਹੈ ਆਪਣੀ ਡਿਸਟੈਂਸ ਸਿਕਿਉਰੇਸਾ ਜੋ ਵੀ ਖੁਰਾਕ ਹੋਏਗੀ ਗੱਡੀ ਦੀ ਨਹੀਂ ਓਕੇ ਫਾਲਸੋ ਉਹ ਤੋਂ ਬਾਅਦ ਸਟੈਬਿਲਿਟੋ ਬਣਾ ਕੇ ਰੱਖਣੀ ਹੈ ਡਿਸਟੈਂਸ ਸਿਕਿਉਰੇਸਾ anche in base ਆਧਾਰ ਦੇ ਉੱਤੇ ਕਾਹਦੇ ਆਧਾਰ ਦੇ ਉੱਤੇ ਦਲ cilindrata di veicoli ਕਿੰਨੇ ਸਿਲੰਡਰ ਗੱਡੀ ਆਪਣੀ ਹੈਗੀ ਆ 8 ਸਿਲੰਡਰ ਗੱਡੀ ਆ 2 ਸਿਲੰਡਰ 3 ਸਿਲੰਡਰ ਜਿੰਨੇ ਵੀ ਸਿਲੰਡਰ ਆਪਣੀ ਕੋਲ ਗੱਡੀ ਆ ਜਿੰਨਾ ਵੀ ਪਾਵਰ ਹੈ ਆਪਣੀ ਗੱਡੀ ਦੇ ਵਿੱਚ ਉਹਦੇ ਹਿਸਾਬ ਨਾਲ ਆਪਾਂ ਨੂੰ ਡਿਸਟੈਂਸ ਸਿਕਿਉਰੇਸਾ ਬਣਾ ਕੇ ਰੱਖਣੀ ਆ ਪਾਵਰ ਨਹੀਂ ਇੱਥੇ ਕੋਈ ਵੀ ਮੈਟਰ ਕਰਦੀ ਇੱਥੇ ਮੈਟਰ ਕਰਦੇ ਨੇ ਆਪਣੇ ਬ੍ਰੇਕ ਤੇ ਆਪਣੇ ਟਾਇਰ ਰੁਕਣ ਦੇ ਲਈ ਓਕੇ ਸੋ ਇੱਥੇ ਪਾਵਰ ਦੀ ਗੱਲ ਹੋ ਰਹੀ ਹੈ ਕਿੰਨੇ ਸਿਲੰਡਰ ਆਪਣੀ ਗੱਡੀ ਹੈਗੀ ਆ ਉਹਦੇ ਉੱਤੇ ਡਿਪੈਂਡ ਕਰੀ ਆਪਣੀ distanza di sicurezza ਸੋ ਸਵਾਲ ਆ ਫਾਲਸੋ ਉਹ ਤੋਂ ਬਾਅਦ distanza di sicurezza deve essere stabilito distanza di sicurezza ਬਣਾ ਕੇ ਰੱਖਣੀ ਆ anche in base ਆਧਾਰ ਦੇ ਉੱਤੇ
ਕਾਹਦੇ ਆਧਾਰ ਦੇ ਉੱਤੇ? ਆਲਾ ਪੋਟੈਂਸਾ ਦੇ ਮੋਟੋਰੇ, ਕਿੰਨਾ ਪੋਟੈਂਸਾ, ਕਿੰਨੀ ਪਾਵਰ ਹੈਗੀ ਆ ਆਪਣੀ ਵਹੀਕਲ ਦੇ ਇੰਜਣ ਦੇ ਵਿੱਚ। ਮੋਟੋਰੇ ਕਹਿੰਦੇ ਆ ਇੰਜਣ ਨੂੰ, ਤੇ ਪੋਟੈਂਸਾ ਯਾਨੀ ਕਿ ਪਾਵਰ, ਕਿੰਨੀ ਪਾਵਰ ਹੈ ਆਪਣੇ ਇੰਜਣ ਦੇ ਵਿੱਚ, ਉਹਦੇ ਆਧਾਰ ਤੇ ਆਪਾਂ ਡਿਸਟੈਂਸਾ ਸਿਗੁਰੇਸਾ ਬਣਾ ਕੇ ਰੱਖਣੀ ਆ। ਓਕੇ, ਸੋ ਸਵਾਲ ਆ ਫਾਲਸੋ। ਡਿਪੈਂਡ ਕਰੇਗਾ ਗੱਡੀ ਦੇ ਬ੍ਰੇਕਾਂ ਤੇ ਟਾਇਰਾਂ ਤੇ। ਕਦੇ ਵੀ ਇਹ ਡਿਪੈਂਡ ਨਹੀਂ ਕਰੇਗਾ ਕਿ ਕਿੰਨੇ ਸਿਲੰਡਰ ਗੱਡੀ ਆ ਜਾਂ ਫਿਰ ਕਿੰਨੀ ਪਾਵਰ ਆ ਗੱਡੀ ਦੇ ਵਿੱਚ। ਸੋ ਸਵਾਲ ਆ ਫਾਲਸੋ। distanza di sicurezza deve essere stabilito, distanza di sicurezza ਆਪਾਂ ਬਣਾ ਕੇ ਰੱਖਣੀ ਆ anche in base ਆਧਾਰ ਦੇ ਉੱਤੇ al ampiezza del carreggiata। carreggiata ਹੁੰਦੀ ਆ ਸੜਕ ਜਿੱਥੇ ਗੱਡੀਆਂ ਚੱਲਦੀਆਂ ਨੇ। ਸੋ ampiezza ਯਾਨੀ ਕਿ ਚੌੜੀ, ਕਿੰਨੀ ਚੌੜੀ ਸੜਕ ਆ ਉਹਦੇ ਉੱਤੇ ਵੀ ਡਿਪੈਂਡ ਕਰੇਗੀ ਆਪਣੀ distanza di sicurezza। ਫਾਲਸੋ, ਕਿ ਚੌੜਾਈ ਦੇ ਉੱਤੇ ਕੋਈ ਵੀ ਡਿਪੈਂਡ ਨਹੀਂ ਕਰਦੀ, ਕੋਈ ਵੀ ਫਰਕ ਨਹੀਂ ਪੈਂਦਾ ਚੌੜਾਈ ਕਿੰਨੀ ਹੈ ਸੜਕ ਦੀ, ਉਹਦੇ ਉੱਤੇ ਕੋਈ ਵੀ ਡਿਪੈਂਡ ਨਹੀਂ ਕਰਦੀ ਆਪਣੀ distanza di sicurezza। deve conducente driver deve stabilire il valore della distanza di sicurezza। ਡਰਾਈਵਰ ਨੂੰ ਬਣਾ ਕੇ ਰੱਖਣੀ ਚਾਹੀਦੀ ਆ distanza di sicurezza anche in base ਆਧਾਰ ਦੇ ਉੱਤੇ alla larghezza dei veicoli। ਯਾਨੀ ਕਿ ਜਿਹੜੀ ਵੀ ਆਪਾਂ ਵਹੀਕਲ ਚਲਾ ਰਹੇ ਆ ਉਹਦੀ ਚੌੜਾਈ ਕਿੰਨੀ ਆ, ਇਹ ਵੀ ਡਿਪੈਂਡ ਕਰੇਗੀ ਆਪਣੀ distanza di sicurezza ਦੇ ਉੱਤੇ। ਓਕੇ, ਕਿ ਜਿੰਨਾ ਚੌੜਾ ਆਪਾਂ ਵਹੀਕਲ ਚਲਾ ਰਹੇ ਆ ਉਹਨੇ ਆਪਣਾ distanza di sicurezza ਵਧਾ ਕੇ ਰੱਖਣਾ ਹੈ। ਫਾਲਸੋ। ਓਕੇ, ਉਹ ਤੋਂ ਬਾਅਦ il conducente ha obbligo। ਇੱਕ ਡਰਾਈਵਰ ਦੇ ਲਈ conducente, 6ਵਾਂ ਸਵਾਲ ਆ ਫਾਲਸੋ। conducente ਡਰਾਈਵਰ ਦੇ ਲਈ ਆ obbligo ਜ਼ਰੂਰੀ ਆ, ਕੰਪਲਸਰੀ ਆ ਦੀ controllare, controllare ਯਾਨੀ ਕਿ ਕੰਟਰੋਲ ਕਰੇ, ਵੇਖੇ, ਹਨਾ, ਕੰਟਰੋਲਾ ਕਰੇ ਇੱਕ ਡਰਾਈਵਰ ਕਿ il veicolo che lo segue, ਜਿਹੜਾ ਵੀ ਵਹੀਕਲ ਉਹਨੂੰ ਫੋਲੋ ਕਰ ਰਿਹਾ ਆ, ਰਿਸਪੈਕਟੀ ਲਾ distanza di sicurezza, ਕਿ ਜਿਹੜਾ ਵੀ ਵਹੀਕਲ ਆਪਣੇ ਪਿੱਛੇ ਆ, ਸਾਡੇ ਲਈ ਓਬਲੀਗੋ ਹੋਏਗਾ ਕਿ ਜਿਹੜਾ ਵੀ ਵਹੀਕਲ ਆਪਣੇ ਪਿੱਛੇ ਆ ਉਹਨੂੰ ਚੈੱਕ ਕਰਦੇ ਰਹੀਏ ਕਿ ਉਹ distanza di sicurezza ਬਣਾ ਕੇ ਰੱਖ ਰਿਹਾ ਹੈ ਕਿ ਨਹੀਂ, ਹਨਾ। ਸੋ ਸਵਾਲ ਆ ਫਾਲਸੋ। ਆਪਾਂ ਹਮੇਸ਼ਾ ਆਪਣੇ ਬਾਰੇ ਸੋਚਣਾ ਹੈ, ਆਪਣਾ distanza di sicurezza ਬਣਾ ਕੇ ਰੱਖਣਾ ਆ, ਦੂਜਿਆਂ ਤੋਂ ਨਹੀਂ ਕੁਝ ਵੀ ਲੈਣਾ, ਹਨਾ। ਸੋ ਸਵਾਲ ਆ ਫਾਲਸੋ। ਉਹ ਤੋਂ ਬਾਅਦ ਸਵਾਲ ਆਉਂਦਾ ਆ ਕਿ ਜਿਹੜੀ ਵੀ ਮਾਕੀਨਾ ਸਕੋਂਬਰਾ ਨੇ ਯਾਨੀ ਕਿ ਬਰਫ਼ ਹਟਾਉਣ ਵਾਲੀ ਮਸ਼ੀਨ ਹੁੰਦੀ ਆ ਉਹ ਤੋਂ ਆਪਾਂ ਡਿਸਟੈਂਸ ਬਣਾ ਕੇ ਰੱਖਣਾ ਹੈ 10 ਮੀਟਰ ਦਾ। ਫਾਲਸੋ, ਕਿੰਨੇ ਮੀਟਰ ਦਾ ਬਣਾ ਕੇ 20 ਰੱਖਣਾ ਆ? 20 ਦਾ, ਹਨਾ। ਉਹ ਤੋਂ ਬਾਅਦ ਮਾਕੀਨਾ ਸਪਾਂਦਰੀਸ਼ੇ ਦੀ ਸਾਲੇ, ਜਿਹੜੀ ਵੀ ਮਸ਼ੀਨ ਹੁੰਦੀ ਆ ਸਾਲੇ ਯਾਨੀ ਕਿ ਨਮਕ ਖਿਲਾਰਨ ਵਾਲੀ, ਉਹ ਤੋਂ ਆਪਾਂ 15 ਮੀਟਰ ਦਾ ਡਿਸਟੈਂਸ ਬਣਾ ਕੇ ਰੱਖਣਾ ਹੈ। ਫਾਲਸੋ, ਦੋਵਾਂ ਦੇ ਲਈ ਆਪਾਂ 20 ਮੀਟਰ ਦਾ ਡਿਸਟੈਂਸ ਬਣਾ ਕੇ ਰੱਖਣਾ ਹੈ। ਉਹ ਤੋਂ ਬਾਅਦ 9ਵਾਂ ਸਵਾਲ ਹੈ distanza fra autotreni। ਜਿਹੜੇ ਵੀ ਟਰੱਕ ਹੁੰਦੇ ਨੇ, ਹਨਾ, ਡਬਲ ਟਰੱਕ, ਉਹਨਾਂ ਦੇ ਵਿਚਕਾਰ ਦਾ ਡਿਸਟੈਂਸ ਜਿੱਥੇ ਵੀ ਉਹਨਾਂ ਨੂੰ ਓਵਰਟੇਕ ਦੀ ਮਨਾਹੀ ਲੱਗੀ ਹੁੰਦੀ ਹੈ, ਕਿੰਨਾ ਹੋਣਾ ਚਾਹੀਦਾ ਦੋਵੇਂ ਟਰੱਕਾਂ ਦੇ ਵਿਚਕਾਰ ਦਾ ਡਿਸਟੈਂਸ ਉੱਤੇ ਫਿਰ? 100 ਮੀਟਰ। ਲੇਕਿਨ ਸਵਾਲ ਸਾਨੂੰ ਕਹਿੰਦਾ ਕਿ ਉੱਥੇ ਹੋਣਾ ਚਾਹੀਦਾ ਦੇਵੇ essere pari ਯਾਨੀ ਕਿ ਬਰਾਬਰ, ਉਹ ਅਲਮੇਨੋ ਯਾਨੀ ਕਿ ਉੱਥੇ ਘੱਟ ਤੋਂ ਘੱਟ ਡਿਸਟੈਂਸ ਹੋਣਾ ਚਾਹੀਦਾ 10 ਮੀਟਰ ਦਾ ਦੋਵਾਂ ਦੇ ਵਿਚਕਾਰ। ਸੋ 10 ਨਹੀਂ 100 ਹੋਣਾ ਚਾਹੀਦਾ ਆ। ਸੋ ਸਵਾਲ ਆ ਫਾਲਸੋ। ਉਹ ਤੋਂ ਬਾਅਦ distanza di sicurezza è sempre, distanza di sicurezza ਸਿਕਿਉਰਿਟੀ ਵਾਲਾ ਡਿਸਟੈਂਸ ਹੈ sempre, ਹਮੇਸ਼ਾ ਪਾਰੀ ਬਰਾਬਰ ਹੋਣਾ ਚਾਹੀਦਾ ਹੈ 70 ਮੀਟਰ ਯਾਨੀ ਕਿ 70 ਮੀਟਰ ਦੇ ਹਮੇਸ਼ਾ 70 ਮੀਟਰ ਬਣਾ ਕੇ ਰੱਖਣਾ ਹੈ ਆਪਾਂ। ਫਾਲਸੋ, ਡਿਪੈਂਡ ਕਰਦਾ ਹੈ ਕਿੰਨੀ ਸਪੀਡ ਦੇ ਉੱਤੇ ਆਪਾਂ ਹੈਗੇ ਆ। ਜੇਕਰ ਜ਼ਿਆਦਾ ਸਪੀਡ ਦੇ ਵਿੱਚ ਆ ਤਾਂ ਜ਼ਿਆਦਾ ਡਿਸਟੈਂਸ ਬਣਾ ਕੇ ਰੱਖਣਾ ਸਿਕਿਉਰਿਟੀ ਦਾ, ਜੇਕਰ ਘੱਟ ਸਪੀਡ ਦੇ ਵਿੱਚ ਆ, ਬਿਲਕੁਲ ਬਹੁਤ ਜ਼ਿਆਦਾ ਟ੍ਰੈਫਿਕ ਹੈ ਸੜਕ ਦੇ ਉੱਤੇ, ਫਿਰ ਉੱਥੇ ਆਪਾਂ ਘੱਟ ਵੀ ਕਰ ਸਕਦੇ ਹਾਂ, ਹਨਾ। ਕਦੇ ਵੀ ਇਹ ਨਹੀਂ ਹੈ ਕਿ sempre ਹਮੇਸ਼ਾ 70 ਹੀ ਬਣਾ ਕੇ ਰੱਖਣਾ ਹੈ। ਸੋ ਸਵਾਲ ਆ ਫਾਲਸੋ। 11ਵਾਂ ਸਵਾਲ ਆ distanza di sicurezza, ਜਿਹੜਾ ਸਿਕਿਉਰਿਟੀ ਵਾਲਾ ਡਿਸਟੈਂਸ ਹੁੰਦਾ ਹੈ deve essere almeno pari, ਉਹ ਘੱਟ ਤੋਂ ਘੱਟ ਬਰਾਬਰ ਹੋਣਾ ਚਾਹੀਦਾ ਆ a quello della distanza di frenatura, ਜਿੱਥੇ ਤੱਕ ਆਪਣੀ ਬ੍ਰੇਕ ਲੱਗੇਗੀ ਉਥੇ ਤੱਕ ਦਾ ਡਿਸਟੈਂਸ ਆਪਣਾ ਬਣਾ ਕੇ ਰੱਖਣਾ distanza di sicurezza ਦਾ। distanza di sicurezza ਬਰਾਬਰ ਹੋਣਾ ਚਾਹੀਦਾ ਜਾਂ ਫਿਰ ਜ਼ਿਆਦਾ ਹੋਣਾ ਚਾਹੀਦਾ ਆ ਆਪਣੀ ਰਿਐਕਸ਼ਨ ਟਾਈਮ ਤੋਂ, ਹਨਾ, ਯਾਦ ਰੱਖਿਓ। ਦੁਬਾਰਾ ਰਿਪੀਟ ਕਰਦੇ ਹਾਂ, distanza di sicurezza ਬਰਾਬਰ ਜਾਂ ਫਿਰ ਜ਼ਿਆਦਾ ਹੋਣਾ ਚਾਹੀਦਾ ਹੈ ਆਪਣਾ ਟੈਂਪੋ ਦੀ ਰਿਐਕਸ਼ਨ ਸੋਚਣ ਵਾਲੇ ਟਾਈਮ ਤੋਂ, ਬਰਾਬਰ ਨਹੀਂ ਹੋਣਾ ਚਾਹੀਦਾ distanza di frenatura, ਬ੍ਰੇਕ ਲੱਗਣ ਦੇ ਟਾਈਮ ਤੇ ਬਰਾਬਰ ਨਹੀਂ ਹੋਣਾ ਚਾਹੀਦਾ। ਓਕੇ, ਸੋ ਸਵਾਲ ਆ ਫਾਲਸੋ। ਅੱਗੇ ਹੋਰ ਪੜਾਂਗੇ ਇਹਦੇ ਬਾਰੇ, ਫਿਰ ਹੋਰ ਵਧੀਆ ਸਮਝ ਆ ਜਾਏਗਾ। ਉਹ ਤੋਂ ਬਾਅਦ distanza di sicurezza deve essere, ਯਾਨੀ ਕਿ ਸਿਕਿਉਰਿਟੀ ਵਾਲਾ ਡਿਸਟੈਂਸ ਬਣਾ ਕੇ ਰੱਖਣਾ ਹੈ almeno pari, ਘੱਟ ਤੋਂ ਘੱਟ ਬਰਾਬਰ ਬਣਾ ਕੇ ਰੱਖਣਾ ਆ a quello della distanza di visibilità, ਯਾਨੀ ਕਿ ਜਿੰਨੀ ਵੀ ਆਪਣੀ distanza ਦੀ ਵਿਜ਼ਿਬਿਲਿਟੀ, ਜਿੱਥੇ ਤੱਕ ਆਪਣੀ ਨਜ਼ਰ ਜਾ ਰਹੀ ਆ, ਓਕੇ, ਉੱਥੇ ਤੱਕ ਆਪਣਾ distanza sicurezza ਹੀ ਬਣਾ ਕੇ ਚੱਲਣਾ ਹੈ। ਫਾਲਸੋ। 13ਵਾਂ ਸਵਾਲ la distanza sicurezza, ਡਿਸਟੈਂਸ ਜਿਹੜਾ ਆਪਣਾ ਸਿਕਿਉਰਿਟੀ ਵਾਲਾ ਹੁੰਦਾ ਹੈ non deve essere rispettata, ਉਹਦੀ ਰਿਸਪੈਕਟ ਨਹੀਂ ਕਰਨੀ ਚਾਹੀਦੀ, ਉਹਦੀ ਪਾਲਣਾ ਨਹੀਂ ਕਰਨੀ ਚਾਹੀਦੀ a velocità di marcia, ਜੇਕਰ ਆਪਾਂ ਚੱਲ ਰਹੇ ਹਾਂ ਕਿ ਸਪੀਡ ਦੇ ਉੱਤੇ inferiore ai 50 ਕਿਲੋਮੀਟਰ, ਜੇਕਰ ਆਪਾਂ 50 ਕਿਲੋਮੀਟਰ ਦੀ ਸਪੀਡ ਨਾਲ ਤੋਂ ਅੰਦਰ ਚੱਲ ਰਹੇ ਹਾਂ, ਉਸ ਕੇਸ ਦੇ ਵਿੱਚ ਉਸ ਮੌਕੇ ਦੇ ਉੱਤੇ ਆਪਾਂ distanza sicurezza ਦੀ ਪਾਲਣਾ ਨਹੀਂ ਕਰਨੀ।
ਕਰਨੀ ਪੈਣੀ ਆ। ਸਵਾਲ ਆ ਫਾਲਸ। ਲਾਸਟ ਸਵਾਲ ਹੈ ਅੱਜ ਦਾ। valore della distanza di sicurezza ਸਿਕਿਉਰਿਟੀ ਵਾਲਾ ਡਿਸਟੈਂਸ deve essere stabilito, ਇਹਨੂੰ ਬਣਾ ਕੇ ਰੱਖਣਾ ਚਾਹੀਦਾ ਹੈ ਅੰਕੇ ਦੀ ਬਾਸੇ ਹਿਸਾਬ ਦੇ ਨਾਲ ਜਾਂ ਫਿਰ ਆਧਾਰ ਤੇ। ਅਲਾ ਮਾਰਚਾ ਇੰਨੇਸਟਾਤਾ, ਇੰਨੇਸਟਾਤਾ ਯਾਨੀ ਕਿ ਕਿਹੜਾ ਗੇਅਰ ਆਪਾਂ ਪਾਇਆ ਹੋਇਆ ਆ। ਮਾਰਚਾ ਇੰਨੇਸਟਾਤਾ ਯਾਨੀ ਕਿ ਕਿਹੜਾ ਗੇਅਰ ਆਪਾਂ ਪਾਇਆ ਹੋਇਆ। ਜੇਕਰ ਪੰਜਵਾਂ ਗੇਅਰ ਪਾਇਆ, ਚੌਥਾ ਗੇਅਰ ਪਾਇਆ, ਪਹਿਲਾ ਗੇਅਰ ਪਾਇਆ, ਜਿਹੜਾ ਵੀ ਗੇਅਰ ਪਾਇਆ ਉਹਦੇ ਹਿਸਾਬ ਦੇ ਨਾਲ ਵੀ, ਉਹਦੇ ਆਧਾਰ ਦੇ ਉੱਤੇ ਵੀ ਆਪਾਂ ਆਪਣੀ ਡਿਸਟੈਂਸ ਸਿਕਿਉਰੇਟਾ ਬਣਾ ਕੇ ਰੱਖਣੀ ਹੈ। ਓਕੇ, ਸੋ ਸਵਾਲ ਆ ਫਾਲਸੋ। ਕਿਹੜੀ ਕਿਹੜੀ ਚੀਜ਼ ਦੇ ਆਪਾਂ ਸਪੈਸ਼ਲ ਬਣਾ ਕੇ ਰੱਖਣੀ ਹੁੰਦੀ ਆ? ਟਾਇਰਾਂ ਦੇ ਉੱਤੇ, ਬ੍ਰੇਕਾਂ ਦੇ ਉੱਤੇ ਤੇ ਗੱਡੀ ਦੀ ਐਫੀਸ਼ੀਐਂਸੀ ਦੇ ਉੱਤੇ ਆਪਾਂ ਬਣਾ ਕੇ ਰੱਖਣੀ ਹੁੰਦੀ ਹੈ ਡਿਸਟੈਂਸ ਦੀ ਸਿਕਿਉਰੇਟਾ, ਜਾਂ ਫਿਰ ਸੜਕ ਦੀ ਕੰਡੀਸ਼ਨ ਦੇ ਉੱਤੇ, ਹਨਾ। ਜਿਹੜੇ ਵੀ ਹੁਣ ਫਾਲਸੋ ਸਵਾਲਾਂ 'ਚ ਆਪਾਂ ਪੜਿਆ ਹੈ ਕਿ ਗੱਡੀ ਦੀ ਖੁਰਾਕ ਕੀ ਆ, ਡੀਜ਼ਲ ਆ ਕਿ ਪੈਟਰੋਲ ਆ, ਕਿੰਨੇ ਸਿਲੰਡਰ ਗੱਡੀ ਆ, ਕਿੰਨੀ ਚੌੜੀ ਸੜਕ ਆ, ਇਹਨਾਂ ਦੇ ਉੱਤੇ ਡਿਪੈਂਡ ਨਹੀਂ ਕਰਦੀ। ਥੋੜਾ ਜਿਹਾ ਆਪਣੇ ਵੀ ਹਿਸਾਬ ਨਾਲ ਸੋਚੋ, ਤੇ ਇਹ ਆਪਣੇ ਦਿਮਾਗ 'ਚ ਵੀ ਸੋਚਿਆ ਕਰੋ ਕਿ ਕਿਹੜੀ ਹਿਸਾਬ ਦੇ ਨਾਲ ਕਿਹੜੀ ਕੰਡੀਸ਼ਨ ਦੇ ਉੱਤੇ ਡਿਸਟੈਂਸ ਸਿਕਿਉਰੇਟਾ ਵਧਣੀ ਚਾਹੀਦੀ ਤੇ ਕਿਹੜੀ ਤੇ ਉੱਤੇ ਘਟਣੀ ਚਾਹੀਦੀ। ਇਮੇਜਿਨ ਕਰਕੇ ਥੋੜਾ ਸੋਚਿਆ ਕਰੋ ਨਾ, ਫਿਰ ਤੁਹਾਨੂੰ ਸਵਾਲ ਵਧੀਆ ਸਰ ਸਮਝ। ਜੀ ਹਾਂਜੀ। ਸਰ ਆ ਇੱਕ 10ਵਾਂ ਸਵਾਲ ਆ ਕਿ ਜਦੋਂ 70 ਮੀਟਰ ਦਾ ਜਾਣੀ ਕਿ ਡਿਸਟੈਂਸ ਆਪਾਂ ਬਣਾ ਕੇ ਰੱਖਣਾ, ਇਹ ਵੀ ਕਿਤੇ ਹੈਗਾ ਨਾ ਵੀ ਆਪਾਂ 70 ਮੀਟਰ ਦਾ ਬਣਾ ਕੇ ਰੱਖਣਾ ਹੈ ਨਹੀਂ 70 ਦਾ ਤੇ ਨਹੀਂ ਹੈਗਾ ਕਿਤੇ। ਵੇਰੋ ਚ ਕਿਤੇ। ਨਹੀਂ 70 ਦਾ ਨਹੀਂ ਮੇਰੇ ਹਿਸਾਬ ਨਾਲ ਕਿਤੇ ਵੀ ਹੈਗਾ। ਦੀ ਸਪੀਡ ਸਪੀਡ, ਹਾਂ ਸਪੀਡ ਹੈਗੀ ਆ। ਪਿੱਛੇ ਮੈਨੂੰ ਲੱਗਦਾ ਪੜਿਆ ਹੈ 70 ਦੀ ਸਪੀਡ ਪੜੀ ਆ ਆਪਾਂ ਪਿੱਛੇ, ਹਾਂਜੀ ਹਾਂਜੀ ਹਨਾ। ਇਹ ਅੱਛਾ ਜਿਵੇਂ ਇੱਥੇ ਲਿਖਿਆ ਕਿ ਸੈਕੰਡਰੀ ਸੜਕ ਦੇ ਉੱਤੇ, ਸ਼ਹਿਰ ਤੋਂ ਬਾਹਰ ਵਾਲੀ ਸੜਕ ਦੇ ਉੱਤੇ ਜੇਕਰ ਆਪਾਂ ਟੋਚਨ ਪਾਏ ਤਾਂ ਫਿਰ ਉੱਥੇ ਆਪਣੀ ਸਪੀਡ ਹੋ ਜਾਏਗੀ 70 ਦੀ। ਹਾਂ ਸਪੀਡ ਪੜੀ ਆਪਾਂ 70 ਕਿਲੋਮੀਟਰ ਦੀ, ਲੇਕਿਨ ਇੱਥੇ ਗੱਲ ਹੋ ਰਹੀ ਹੈ ਕਿ ਦੋ ਗੱਡੀਆਂ ਦੇ ਵਿਚਕਾਰ ਦਾ ਡਿਸਟੈਂਸ, ਅੱਛਾ ਅੱਛਾ ਠੀਕ। ਹਨਾ। ਸੋ ਇਹ ਸਵਾਲ ਹੋ ਜਾਏਗਾ ਫਾਲਸੋ। ਸੋ ਇਹ ਸੀ ਆਪਣੀ ਅੱਜ ਦੀ ਕਲਾਸ। ਮਿਲਦੇ ਹਾਂ ਕੱਲ੍ਹ ਦੀ ਕਲਾਸ। ਆਪਣੇ ਸਕੇ ਦੀ ਕਰਦੇ ਰਹੋ ਸਾਰੇ, ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।